देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी, संपादक पंजाब टैलीविजन, और इन्हों के नाल सीनियर जर्नलिस्ट सरदार जगतार सिंह जी जिहड़े कि हिस्टोरीयन ने और जाने पछाणे पत्रकार ने। मैं जी आया आखदा। थैंक यू, शुक्रिया जी। पंजाब के मुख मंत्री ने कांग्रेसियां दे लामे लाते। अज चंडीगढ़ दे विच नवे अहुदेदारां नूं सहुं चुकाई गई, कारजभार संभालिया गया, जिन्हां च प्रिंसीपल बुद्धराम कार्यकारी प्रधान और जगरूप सिंह सेखवा जनरल सकत्तर वजों सीगे। दिलचस्पियां ने बहुत अहम। एक तो गठजोड़ नूं लैके उन्होंने काफ़ी चीज़ां क्लीयर करतियां। धूड़ उड़दी फिरदी सी, कांग्रेसी ये बार बार सफाइयां दे रहे सी। हुण इहदे उत्ते कांग्रेसी की जवाब देणगे? तुहाडे नाल सांझ पवाउने आ सारे मामले दी। इहदे च 3-4 होर मामले भी काफ़ी अहम ने। गवर्नर और मुख मंत्री दे विच तणाव चल रहा, तलखी चल रही है, टकराਅ चल रहा, पर अज मुख मंत्री किसी होर मूड दे विच नजर आए और इहदे तो बाद स्टेट की सियासी स्थिति किहो जी बनने वाली है और ये गवर्नर नाल जिहड़ी लड़ाई है इनू हुण किसी होर एंगल तो, किसी होर दृष्टिकोण तो लड़ना चाह रहे ने। ये साफ हो रहा। ये सारियां गल्लां नाल तुहाडी सांझ पाउने आ। ते दूजा मामला ऑर्डीनेंस नूं लैके। ऑर्डीनेंस जिहड़ा दिल्ली दीयां सभावां नाल जुड़िया, उहदे ते राज सभा च बहस हो रही है और उहदा पास हो जाना लगभग यकीनी है। पर उस तो पहला किस किस गल दे उत्ते चर्चा हुई? मणीपुर काफ़ी इन्हां दिनां दे विच सेंसिटिव मुद्दा है, लेकिन सुप्रीम कोर्ट ने इहदे उत्ते 3 जजस की कमेटी बनाई है, कुछ होर फैसले लए आ, वो भी आपां अगे डिस्कस करदे आ। आखिर दे विच असीं तख्त श्री हजूर साहब नदेड़ की गल करांगे, अबचल नगर की, जिथे एक बारी गैर सिख नूं लाउण तो बाद पूरा विवाद पैदा होया, प्रबंधक लाउण तो बाद इस मामले दे विच अगे चलदे आ। सब तो पहला सरदार हमीर सिंह जी सांझ पवा दिओ कि अज मुख मंत्री का लहजा, बॉडी लैंगुएज, शब्द चोण कुछ होर ही बयान कर रही सी। कांग्रेसियां दे नज़रिए तो, गठजोड़ के नज़रिए तो, गवर्नर के नज़रिए तो, चंडीगढ़ के मामले के नज़रिए तो और ऑर्डीनेंस जिहड़ा अज बहस हो रही है, इन्हां सारे मामलिਆਂ 'ਚ एक बारी सांझ पवा दिओ। ਅੱਜ ਕਾਫੀ ਹੱਦ ਤੱਕ ਉਹ ਥੋੜਾ ਜਿਹਾ ਰੀਅਲਿਸਟਿਕ ਗਰਾਊਂਡ ਦੇ ਨੇੜੇ ਲੱਗੇ। ਜਿਹੜਾ ਵੀ ਲੌਜੀਕ ਦੋਨਾਂ ਤਿੰਨਾਂ ਮੁੱਦਿਆਂ ਤੇ ਦਿੱਤਾ ਗਿਆ ਤੇ ਉਹ ਕਾਫੀ ਇਹਨਾਂ ਦਲੀਲ ਆਧਾਰਿਤ ਤੇ ਫੈਕਚੁਅਲ ਜਿਹਾ ਲੱਗਦਾ ਸੀਗਾ। ਜਿਵੇਂ ਮੰਨ ਲਓ ਇੱਕ ਗੱਲ ਕੀਤੀ, ਜਿਹੜਾ ਸਭ ਤੋਂ ਬੜਾ ਹੀ ਰੌਲਾ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਔਰ ਦੇਸ਼ ਦੇ ਵਿੱਚ ਤਾਂ ਕਲੈਰਿਟੀ ਹੋ ਗਈ ਕਿ 26 ਪਾਰਟੀਆਂ ਇੰਡੀਆ ਦੇ ਨਾਂ ਤੇ ਜਿਹੜਾ ਉਹ ਇੱਕ ਪਾਸੇ ਹੋ ਗਈਆਂ ਨੇ, ਜਿਹੜੀਆਂ ਨਾਨ ਬੀਜੇਪੀ ਪਾਰਟੀਆਂ ਨੇ। ਸ਼ਾਇਦ ਇੱਕ ਅੱਧੀ ਹੋਰ ਆ ਜੇ। ਇੱਕ ਅਜੇ ਅੱਜ ਹੀ ਮਨੀਪੁਰ ਦੇ ਵਿੱਚ ਕੱਲ ਜਿਹੜੀ ਮਨੀਪੁਰ ਦੀ ਕੁੱਕੀਆਂ ਦੀ ਇੱਕ ਪਾਰਟੀ ਹੈ, 2 MLA ਨੇ, ਉਹਨੇ ਬੀਜੇਪੀ ਸਰਕਾਰ ਤੋਂ ਵਿਡਰਾ ਕਰ ਲਈ ਸਪੋਰਟ। ਔਰ ਸ਼ਾਇਦ ਇਹ ਵੀ ਮੰਨਿਆ ਜਾ ਰਿਹਾ ਵੀ ਜਿੰਨੇ ਟੋਟਲ ਪਾਰਟੀਆਂ 'ਚ ਕੁੱਕੀ MLA ਨੇ ਉਹ ਵੀ ਉਹਨਾਂ ਤੇ ਵੀ ਇਹ ਪ੍ਰੈਸ਼ਰ ਹੈ ਕਿ ਉਹ ਵਿਡਰਾ ਕਰਨ ਗਵਰਨਮੈਂਟ ਤੋਂ, ਕਿਸੇ ਵੀ ਪਾਰਟੀ ਦੇ ਜਿਹੜੇ ਬੰਦੇ ਹੋਣ। ਪਰ ਜਿਹੜਾ ਇਹ ਸਵਾਲ ਸੀਗਾ ਕਿ ਪੰਜਾਬ ਦੇ ਕਾਂਗਰਸੀ ਬਾਰ-ਬਾਰ ਕਹਿ ਰਹੇ ਸੀਗੇ ਨਾ ਵੀ ਆਪਾਂ ਦੇਖਾਂਗੇ ਜੇ ਸਾਡੀ ਸੁਣਨਗੇ, ਬਾਜਵਾ ਵੀ ਕਹਿ ਰਹੇ ਸੀ, ਰਾਜਾ ਵੜਿੰਗ ਵੀ, ਤੇ ਚੀਫ ਮਿਨਿਸਟਰ ਨੇ ਇੱਕ ਲੌਜਿਕ ਲਿਆ ਬੜਾ ਸਿੱਧਾ ਜਿਹਾ। ਸਾਡੇ ਸਾਰੀਆਂ ਪਾਰਟੀਆਂ ਦਾ ਦਲੀਲ ਉਹ ਹੁੰਦੀ ਹੈ ਹਮੇਸ਼ਾ ਹੀ, ਜਦੋਂ ਵੀ ਹੁੰਦੀ ਹੈ। ਜਿਵੇਂ ਬੀਜੇਪੀ ਇੱਕ ਪਾਸੇ PDP ਨੂੰ ਦੇਸ਼ ਧਰੋਹੀ ਕਹਿੰਦੀ ਰਹੀ ਬੜੀ ਦੇਰ ਤੋਂ, ਪਰ ਉਹਦੇ ਨਾਲ ਸਾਂਝੀ ਸਰਕਾਰ ਵੀ ਬਣਾ ਲਈ। ਜਦੋਂ ਸਾਂਝੀ ਸਰਕਾਰ ਬਣਾਈ ਤਾਂ ਉਹਦੇ 'ਚ ਇੱਕ ਦਲੀਲ ਦਿੱਤੀ ਕਿ ਦੇਸ਼ ਹਿੱਤ ਦੇ ਵਿੱਚ ਅਸੀਂ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਾਂ, ਅਸੀਂ ਕਿਸੇ ਵਿਰੋਧੀ ਨਾਲ ਵੀ ਇਕੱਠੇ ਹੋਣ ਲਈ ਤਿਆਰ ਹਾਂ, ਦੇਸ਼ ਦਾ ਮਾਮਲਾ ਇਹ। ਤੇ ਜਿੱਦਾਂ ਤੋੜੀ ਫੇਰ ਉਹ ਦੇਸ਼ ਧਰੋਹੀ ਬਣ ਕੇ ਫੇਰ ਨਜ਼ਰਬੰਦ ਕੀਤੀ, ਫੇਰ ਸਾਰੀਆਂ ਚੀਜ਼ਾਂ ਕੀਤੀਆਂ। ਮਤਲਬ ਦੇਸ਼ ਇੱਕ ਇਹੋ ਜਿਹਾ ਸਬਜੈਕਟ ਹੈ ਉਹ ਜਿਹਨੂੰ ਭਾਵਨਾ ਦੇ ਆਧਾਰ ਤੇ ਤੁਸੀਂ ਜਿੱਥੇ ਮਰਜ਼ੀ ਇੱਧਰ ਲੱਗਦਾ ਇੱਧਰ ਲਾ ਲਓ, ਉੱਧਰ ਲੱਗਦਾ ਉੱਧਰ ਲਾ ਲਓ। ਚੀਫ ਮਿਨਿਸਟਰ ਨੇ ਕਲੀਅਰ ਗੱਲ ਕੀਤੀ ਇਹ ਕਿ ਸਾਡੇ ਲਈ ਦੇਸ਼ ਸੁਪਰੀਮ ਹੈ, ਦੇਸ਼ ਰਹੂਗਾ ਤਾਂ ਪਾਰਟੀਆਂ ਰਹਿਣਗੀਆਂ, ਔਰ ਜੇ ਪਾਰਟੀਆਂ ਹੀ ਨਾ ਰਹੀਆਂ ਤਾਂ ਕਾਹਦੀ ਪੋਲਿਟਿਕਸ ਤੇ ਕਾਹਦਾ ਉਹ। ਇਸ ਕਰਕੇ ਦੇਸ਼ ਨੂੰ, ਉਸ ਤੇ ਸੰਵਿਧਾਨ ਨੂੰ ਬਚਾਉਣ ਦੇ ਵਾਸਤੇ ਇਹ ਅਲਾਇੰਸ ਜਿਹੜਾ ਇਹ ਜ਼ਰੂਰੀ ਸੀ। ਔਰ ਸਾਡੀ ਪਾਰਟੀ ਤਾਂ ਅੰਦੋਲਨ ਚੋਂ ਨਿਕਲੀ ਹੈ, ਐਂਟੀ ਕਰਪਸ਼ਨ ਉਹ ਸਾਰੇ ਮਾਮਲੇ 'ਚ, ਇਸ ਲਈ ਉਦੋਂ ਵੀ ਦੇਸ਼ ਭਗਤ ਹੈ ਸਾਰਿਆਂ ਨਾਲੋਂ ਜ਼ਿਆਦਾ। ਅਸੀਂ ਤਾਂ ਪਿੱਛੇ ਹਟ ਹੀ ਨਹੀਂ ਸਕਦੇ ਇਸ ਸਾਰੇ ਮਾਮਲੇ ਦੇ ਵਿੱਚ। ਤਾਂ ਹੁਣ ਕਲੀਅਰ ਕੱਟ ਇਹ ਫੈਸਲਾ ਹੋ ਗਿਆ, ਆਮ ਆਦਮੀ ਪਾਰਟੀ ਇਹ ਕਰ ਰਹੀ ਹੈ ਇੱਥੇ। ਤੇ ਹੁਣ ਪੰਗਾ ਜਿਹੜਾ ਹੁਣ ਅਗਲਾ ਰਿਐਕਸ਼ਨ ਜਿਹੜਾ ਹੈ ਉਹ ਜਿਹੜੇ ਲੀਡਰ ਆਫ ਦੀ ਆਪੋਜੀਸ਼ਨ ਨੇ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਤੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਅਮਰਿੰਦਰ ਸਿੰਘ ਵੜਿੰਗ, ਉਹਨਾਂ ਦਾ ਰਿਐਕਸ਼ਨ ਜਾਣਨਾ ਜ਼ਰੂਰੀ ਹੋ ਜਾਏਗਾ। ਉਹ ਮਾਯੂਸ ਜ਼ਰੂਰ ਹੋਣਗੇ ਥੋੜੇ ਬਹੁਤ ਇਸ ਰਿਐਕਸ਼ਨ ਤੋਂ, ਜਿਹੜਾ ਕਲੀਅਰ ਕੱਟ ਰਿਐਕਸ਼ਨ ਸਾਹਮਣੇ ਆ ਗਿਆ। ਹੁਣ ਇੱਕ ਮੈਸੇਜ ਆਮ ਆਦਮੀ ਪਾਰਟੀ ਦੇ ਕੇਡਰ ਨੂੰ ਤਾਂ ਪੰਜਾਬ ਵਾਲੇ ਨੂੰ ਵੀ ਚਲਾ ਹੀ ਜਾਊਗਾ। ਹੁਣ ਇਹ ਕਲੀਅਰ ਹੋ ਜਾਏਗਾ ਕਿ ਜਦੋਂ ਚੀਫ ਮਿਨਿਸਟਰ ਔਰ ਪਾਰਟੀ ਪ੍ਰਧਾਨ ਦੋਨੇ ਉਹਨਾਂ ਕੋਲ ਹੀ ਨੇ ਤੇ ਉਹਨੇ ਕਹਿਤਾ ਕਿ ਸਾਡਾ ਤਾਂ ਕਲੀਅਰ ਗੱਲ ਹੈ ਜੀ ਇਹ।
ਔਰ ਸ਼ਾਇਦ ਆਮ ਆਦਮੀ ਪਾਰਟੀ ਦੀ ਜ਼ਿਆਦਾ ਪ੍ਰੋਬਲਮ ਵੀ ਨਾ ਹੋਵੇ ਇਹ, ਕਿਉਂਕਿ ਉਹਨਾਂ ਕੋਲ ਕੋਈ ਐਡੇ ਲੀਡਰ ਤੁਰੇ ਨਹੀਂ ਫਿਰਦੇ ਜਿਹੜੇ ਦਬਾਅ ਪਾਉਣਗੇ ਮੈਨੂੰ ਟਿਕਟ ਨਹੀਂ ਮਿਲਣੀ, ਮੈਨੂੰ ਟਿਕਟ ਨਹੀਂ ਮਿਲਣੀ। ਇਹ ਕਾਂਗਰਸ ਦੀ ਪ੍ਰੋਬਲਮ ਜ਼ਰੂਰ ਹੈ ਕਿ ਜਿਹੜੇ ਟਿਕਟਾਂ ਕੱਟੀਆਂ ਜਾਣਗੀਆਂ ਤੇ ਉਹ ਕਿਵੇਂ ਪੋਲਿਟਿਕਸ ਕਰਨਗੇ, ਕੀ ਕਰਨਗੇ। ਦੂਜੀ ਗੱਲ ਗਵਰਨਰ ਦੇ ਮਾਮਲੇ 'ਚ ਜਿਹੜੀ ਬਹੁਤ ਇੰਪੋਰਟੈਂਟ ਪੁੱਛੀ ਗਈ, ਗਵਰਨਰ ਸਾਹਿਬ ਨੇ ਇੰਟਰਵਿਊ ਦਿੱਤੀ, ਫਿਰ ਉਹ ਖਬਰ ਵੀ ਛਪੀ, ਬਹੁਤ ਜ਼ਿਆਦਾ ਤਲਖੀ ਵਾਲੀ ਇੰਟਰਵਿਊ, ਤੇ ਇੱਥੋਂ ਤੱਕ ਕਹਿਤਾ ਸੀਗਾ ਕਿ ਮੈਂ ਕ੍ਰਿਮੀਨਲ ਉਹਦੇ 'ਚ ਚਲਾ ਜਾਊਂਗਾ ਜੇਕਰ ਉਹ ਬਾਹਰ ਕੋਈ ਗੱਲ ਕਰਨਗੇ 124 ਸੈਕਸ਼ਨ ਦੇ ਤਹਿਤ, ਤੇ ਨਾਲ ਮੈਂ ਪ੍ਰੈਜ਼ੀਡੈਂਟ ਨੂੰ ਇੱਕ ਰਿਪੋਰਟ ਵੀ ਭੇਜ ਰਿਹਾ, ਤੇ ਜੇਕਰ ਇਹ ਗੱਲ ਹੋਈ ਤਾਂ ਮੈਂ ਟਿੱਕੇ ਨਹੀਂ ਬੈਠਾਂਗਾ, ਮੇਰਾ ਮਾਨਹਾਨੀ ਕੀਤੀ ਹੈ ਜੇ। ਅੱਜ ਚੀਫ ਮਿਨਿਸਟਰ ਹਮੇਸ਼ਾ ਇਦੋਂ ਪਹਿਲਾਂ ਜਿੰਨੇ ਵਾਰ ਗਵਰਨਰ ਸਾਹਿਬ ਦੀ ਚਿੱਠੀ ਆਈ ਜਾਂ ਬਿਆਨ ਆਇਆ, ਉਹਨਾਂ ਨੇ ਉਦੋਂ ਵੀ ਤਲਖੀ ਨਾਲ ਰਿਐਕਟ ਕੀਤਾ ਸੀ, ਪ੍ਰਤੀਕਿਰਿਆ ਦਿੱਤੀ ਇਦੋਂ ਪਹਿਲਾਂ। ਅੱਜ ਬਹੁਤ ਸੰਜਮ ਨਾਲ ਦਿੱਤੀ ਹੈ ਇਹ ਗੱਲ। ਇਹਦਾ ਮਤਲਬ ਇਹ ਹੈ, ਉਹਨਾਂ ਨੇ ਕਿਹਾ ਵੀ ਨਹੀਂ, ਕਈ ਵਾਰ ਅਖਬਾਰਾਂ ਇੱਧਰ ਉੱਧਰ ਐਵੇਂ ਵੀ ਲਿਖ ਦਿੰਦੀਆਂ ਨੇ, ਕੋਈ ਗੱਲ ਹੋ ਜਾਂਦੀ ਹੈ। ਵੈਸੇ ਸਾਡਾ ਜਿਹੜਾ ਦੂਜਾ ਇਸ਼ੂ ਵੀ ਆਉਂਦਾ ਵੀ ਚੰਡੀਗੜ੍ਹ ਦੇ ਵਿੱਚ ਸਾਡੀ ਪਾਰਟੀ ਨੂੰ ਮਿਲਣਾ ਚਾਹੀਦਾ ਥਾਂ ਦਫ਼ਤਰ ਬਣਾਉਣ ਵਾਸਤੇ। ਅਸੀਂ ਨੈਸ਼ਨਲ ਪਾਰਟੀਆਂ, 2 ਸਟੇਟਾਂ ਸਾਡੀਆਂ ਸਰਕਾਰਾਂ ਨੇ, ਅਸੀਂ ਵੀ ਕੰਮਕਾਜ ਕਰਨਾ ਹੁੰਦਾ, ਇਹ ਉਹਨਾਂ ਨੂੰ ਅਪਰੂਵਲ ਦੇਣੀ ਚਾਹੀਦੀ ਹੈ, ਇਹ ਕੋਈ ਐਡੀ ਗੱਲ ਨਹੀਂ ਹੈ। ਜਿਹੜੇ ਲਹਿਜੇ 'ਚ ਗੱਲ ਕੀਤੀ, ਇਹ ਬਹੁਤ ਲਹਿਜਾ ਇਹ ਦਿਖਾਉਂਦਾ ਹੈ ਮੇਰੇ ਖਿਆਲ ਹੈ ਇੱਕ ਲੈਵਲ ਦੀ ਮੈਚੁਰਿਟੀ, ਕਿ ਸ਼ਾਇਦ ਜਿੰਨੀ ਕੰਟਰਾਡਿਕਸ਼ਨ ਵੱਧ ਗਈ, ਜਿਸ ਲੈਵਲ ਤੇ ਚਲੀ ਗਈ ਜਨਤਕ ਟਕਰਾਅ, ਹੁਣ ਚੀਫ ਮਿਨਿਸਟਰ ਉਦੋਂ ਅੱਗੇ ਜ਼ਿਆਦਾ ਤੁਰੰਤ ਘੱਟੋ ਘੱਟ ਅੱਜ ਦੀ ਉਹਦੇ 'ਚ ਉਹ ਇਸ ਮੂਡ 'ਚ ਨਹੀਂ ਹੈ ਕਿ ਇਹ ਜਨਤਕ ਤੌਰ ਤੇ ਇੰਨੀ ਅੱਗੇ ਵਧਾਈ ਜਾਵੇ ਆਪਸਦਾਰੀ ਦੇ ਵਿੱਚ ਟਕਰਾਅ। ਅੱਗੇ ਸਟ੍ਰੈਟਜੀ ਹੋਊਗੀ, ਕੀ ਕਰਨਾ ਜਦੋਂ ਕੋਈ ਮੌਕਾ ਆਊ, ਉਦੋਂ ਕੀ ਕਰਨਾ ਨਹੀਂ ਕਰਨਾ, ਅਲੱਗ ਗੱਲਾਂ ਨੇ। ਪਰ ਇਹ ਪਹਿਲੀ ਵਾਰ ਹੋਇਆ ਮੇਰਾ ਖਿਆਲ ਹੈ ਕਾਫੀ ਸਮੇਂ ਤੋਂ ਬਾਅਦ। ਗਵਰਨਰ ਸਾਹਿਬ 15 ਚਿੱਠੀਆਂ ਲਿਖ ਚੁੱਕੇ ਨੇ, ਚੀਫ ਮਿਨਿਸਟਰ ਜਵਾਬ 'ਚ ਕਈ ਲਿਖ ਚੁੱਕੇ ਨੇ, ਕਦੇ ਮੀਡੀਆ ਨੂੰ ਜਾਰੀ ਕਰ ਦਿੰਦੇ ਸੀ, ਕਦੇ ਬਿਆਨ ਦੇ ਦਿੰਦੇ ਸੀ, ਕਦੇ ਵਿਧਾਨ ਸਭਾ 'ਚ। ਉਹ ਸਾਰੀ ਸ਼ਬਦਾਵਲੀ ਤੋਂ ਇੱਕ ਵੱਖਰਾ ਨਜ਼ਰ ਆਈ ਹੈ ਚੀਜ਼, ਜਿਹੜੀ ਦੇਖਣ ਦੀ ਹੈ ਕਿ ਇਹ ਰੀਅਲੀ ਸੋਚ ਸਮਝ ਕੇ ਕੀਤੀ ਗਈ ਗੱਲ ਹੈ ਜਾਂ ਆਰਜੀ ਗੱਲ ਹੈ। ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਉਸ ਮਾਮਲੇ ਦੇ ਵਿੱਚ। ਤੀਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਉਹ ਹੈ ਹੜ੍ਹਾਂ ਦੇ ਮਾਮਲੇ 'ਚ, ਜਿਹੜੀ ਉਹਨਾਂ ਨੇ ਕਾਫੀ ਹੱਦ ਤੱਕ ਗਰਾਊਂਡਡ ਗੱਲ ਕੀਤੀ ਹੈ, ਜ਼ਮੀਨੀ ਗੱਲ, ਹਵਾਈ ਨਹੀਂ ਹੈ। ਜਿਹੜੀ ਉਹ ਪਹਿਲਾਂ ਇਹ ਕਹਿੰਦੇ ਸੀ ਕਿ ਅਸੀਂ ਗੁਰਦੌਰੀਆਂ ਤੋਂ ਪਹਿਲਾਂ ਹੀ ਦੇ ਦਿਆਂਗੇ, ਬਾਕੀਆਂ ਨੂੰ ਵੀ ਪੈਸੇ ਦੇ ਦਾਂਗੇ, ਇਹ ਸਾਰਾ ਪੈਸਾ ਮੈਂ ਮੰਗਣ ਕਿਉਂ ਜਾਵਾਂ, ਅਸੀਂ ਆਪ ਹੀ ਦੇਵਾਂਗੇ ਸਾਰਿਆਂ ਦੇ ਪੈਸੇ। ਇੱਕ ਤਾਂ ਰੀਅਲ ਗਰਾਊਂਡ ਤੇ ਉਹਨਾਂ ਨੇ ਇਹ ਕਿਹਾ ਕਿ ਕੇਂਦਰ ਨਾਲ ਸੰਪਰਕ ਕੀਤਾ, ਕੇਂਦਰ ਨੇ ਸਾਨੂੰ ਕਿਹਾ ਕਿ ਤੁਸੀਂ ਲਿਖ ਕੇ ਭੇਜ ਦਿਓ ਜੇ ਗਾਈਡਲਾਈਨ SDRF ਦੀਆਂ, ਜਿਹੜੀਆਂ ਸਟੇਟ ਡਿਜ਼ਾਸਟਰ ਰਿਲੀਫ ਫੰਡ ਹੁੰਦਾ, ਜੇਕਰ ਉਹਦੀਆਂ ਗਾਈਡਲਾਈਨ ਤਬਦੀਲ ਕਰਾਉਣੀਆਂ ਨੇ, ਉਹ ਕਹਿੰਦੇ ਅਸੀਂ ਲਿਖ ਕੇ ਵੀ ਭੇਜਤਾ, ਲਿਖ ਕੇ ਇਹ ਭੇਜਤਾ ਕਿ 4 ਲੱਖ ਦਾ ਬੀਮਾ ਕਾਫੀ ਨਹੀਂ ਹੁੰਦਾ ਬੰਦੇ ਲਈ, ਬੰਦੇ ਦੀ ਮੌਤ ਹੋ ਜਾਂਦੀ ਹੈ, ਦੁੱਗਣਾ ਤਾਂ ਕਰ ਦੋ ਘੱਟੋ ਘੱਟ। ਹੁਣ ਤੱਕ ਦਾ ਜਿਹੜਾ ਸਾਡੇ ਸੈਟਅਪ ਹੈ, 15ਵੇਂ ਫਾਈਨਾਂਸ ਕਮਿਸ਼ਨ ਨੇ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਆਲਰੇਡੀ 1,02,000 ਤੋਂ ਜ਼ਿਆਦਾ ਰੁਪਈਆ ਪਹਿਲਾਂ ਹੀ ਲਿਖਿਆ ਹੋਇਆ। ਉਹ 'ਚ 80,000 ਕਰੋੜ ਤੋਂ ਵੱਧ ਗਵਰਨਮੈਂਟ ਆਫ ਇੰਡੀਆ ਦਾ 5 ਸਾਲਾਂ ਦਾ 2025-26 ਤੱਕ, ਤੇ ਉਹਦੇ 'ਚ ਬਾਕੀ ਦਾ 30,000 ਕਰੋੜ ਸਟੇਟਾਂ ਦਾ। ਸਾਡੀ ਸਟੇਟ ਦਾ 2022-23-24 ਦਾ 145 ਕਰੋੜ ਰੁਪਇਆ ਉਹਦੇ 'ਚ ਹੈ, ਉਹ ਆਲਰੇਡੀ ਹੁੰਦਾ ਫੰਡ। ਇਹ 'ਚ ਕੋਈ ਗੱਲ ਨਹੀਂ ਹੈ ਗਾਈਡਲਾਈਨ, ਪਰ ਉਹਦਾ ਵਰਤੋਂ ਉਦੋਂ ਹੁੰਦੀ ਹੈ ਜਿਹੜੀਆਂ ਉਹ ਗਾਈਡਲਾਈਨ ਹੁੰਦੀਆਂ ਨੇ। ਹੁਣ ਉਹ ਕੇਂਦਰ ਮੰਨ ਲੈਂਦਾ, ਇਹਨਾਂ ਨੂੰ ਨਹੀਂ ਮੰਨਦਾ। ਇੱਕ ਉਹਨਾਂ ਨੇ ਉਦਾਹਰਨ ਦਿੱਤੀ ਹੈ ਵੀ 4 ਲੱਖ ਦੀ ਬਜਾਏ 8 ਲੱਖ ਕਰ ਦੋ। ਘਰ ਜਿਹਦਾ ਪੱਕਾ ਡਿੱਗੂਗਾ ਉਹਦੇ ਲਈ 1,20,000 ਮਿਲਦਾ, ਤੇ ਬਾਕੀ ਘਰ ਵੀ 1,20,000 'ਚ ਕਿਹੜਾ ਪੈਂਦਾ ਅੱਜ ਕੱਲ੍ਹ, ਇੱਕ ਕਮਰਾ ਰਸੋਈ ਨਹੀਂ ਪੈਂਦੀ, ਕਿਉਂਕਿ ਉਹ ਪੁਰਾਣਾ ਹੋ ਗਿਆ, ਉਹਨੂੰ ਬਦਲਣਾ ਪਊਗਾ ਥੋੜਾ ਜਿਹਾ, ਉਸ ਪੱਧਰ ਦੇ ਉੱਤੇ ਕਰਨਾ ਪਊ। ਕੱਚੇ ਘਰ ਦੀ ਜਿਹੜੀ ਗ੍ਰਾਂਟ ਹੈ, ਜੇ ਤੁਸੀਂ 60,000 ਦਿਓਗੇ, 60,000 'ਚ ਤਾਂ ਕੱਚਾ ਵੀ ਕੋਈ, ਮੇਰਾ ਖਿਆਲ ਕੱਚੇ ਹੁਣ ਹੈ ਵੀ ਘੱਟ ਨੇ, ਪਰ ਬਿਲਕੁਲ ਉਹ ਥੋੜਾ ਜਿਹਾ ਮਾਮਲਾ ਹੈ। ਔਰ ਇਸੇ ਢੰਗ ਨਾਲ ਪਸ਼ੂ ਮਰਨ ਦਾ, ਇਸੇ ਢੰਗ ਨਾਲ ਤੁਹਾਡਾ ਜਿਹੜਾ ਫਸਲਾਂ ਦਾ ਮੁਆਵਜ਼ੇ ਦੀ ਗੱਲ ਹੈ, ਤੁਸੀਂ 17,000 ਕਰੋੜ ਪੰਜਾਬ ਸਰਕਾਰ 17,000 ਰੁਪਈਆ ਪਰ ਹੈਕਟੇਅਰ ਦਿੰਦੇ ਹੋ ਵਿੱਚ ਪਾ ਕੇ ਆਪਣੇ ਤਰੀਕੇ ਦੇ ਨਾਲ, ਉਹਨੂੰ ਹੋਰ ਵਧਾਉਣ ਦੇ ਜਿਹੜੇ ਸਵਾਲ ਨੇ ਇਹ ਸਾਰੇ। ਬੱਕਰੀ ਦਾ 4,000 ਮਿਲਦਾ, ਉਹਦਾ ਵੀ 8,000 ਕਹਿਤਾ ਹੋਊਗਾ, ਫਿਰ ਚੀਫ ਮਿਨਿਸਟਰ ਨੇ ਜੇ ਡਬਲ ਹੀ ਕਿਹਾ ਤਾਂ ਸਾਰੇ ਡਬਲ ਹੋਣਗੇ, ਤੇ ਜੋ ਆ ਜਾਣਗੇ ਤਾਂ ਇੱਕ ਸ਼ਾਇਦ ਮਿਲਣ ਦੀਆਂ ਸੰਭਾਵਨਾਵਾਂ ਹੋ ਜਾਂਦੀਆਂ ਨੇ ਉਹ ਸਾਰੇ ਮਾਮਲੇ 'ਚ। ਪਰ ਚੀਫ ਮਿਨਿਸਟਰ ਨੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਉਨਾ ਹੀ ਦੇ ਸਕਦੇ ਹਾਂ, ਇਟ ਮੀਨ ਜੇ ਰੀਅਲਿਸਟਿਕ ਗੱਲ ਹੈ। ਤੁਸੀਂ ਜਿਹੜਾ ਇਹ ਕਹਿ ਰਹੇ ਸੀ ਕਿ ਅਸੀਂ ਉਹਨਾਂ ਦਾ ਘਰ ਪੂਰਾ ਕਰਾਂਗੇ, ਜਿੰਨਾ ਪੂਰਾ ਦੇਾਂਗੇ ਮੁਆਵਜ਼ਾ ਜੋ ਨੁਕਸਾਨ ਹੋਇਆ ਕੱਲੀ ਕੱਲੀ ਚੀਜ਼ ਦਾ, ਪੂਰਾ ਇਹਦੇ 'ਚ ਹੈ ਹੀ ਨਹੀਂ, ਆ ਨਹੀਂ ਸਕਦਾ। ਇਹ ਰਿਲੀਫ ਪੈਕੇਜ ਹੈ, ਇਹ ਕੰਪਨਸੇਸ਼ਨ ਪੈਕੇਜ ਨਹੀਂ ਹੁੰਦਾ। ਪੂਰੇ ਦਾ ਮਤਲਬ ਹੁੰਦਾ ਤੁਸੀਂ ਕੰਪਨਸੇਟ ਕਰਦੇ ਹੋ ਚੀਜ਼, ਰਿਲੀਫ ਦਾ ਮਤਲਬ ਹੁੰਦਾ ਕੁਝ ਹੰਡਾ ਲਵਾ ਰਹੇ ਹੋ ਨਾਲ। ਇਸ ਲਈ ਇੱਕ ਲੋਕਾਂ ਨੂੰ ਵੀ ਇਹ ਸਮਝਣਾ ਪਏਗਾ ਪੂਰੀ ਤਰ੍ਹਾਂ, ਤੇ ਗਵਰਨਮੈਂਟ ਨੂੰ ਵੀ ਸ਼ਾਇਦ ਉਸੇ ਭਾਸ਼ਾ 'ਚ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਥੋੜਾ ਜਿਹਾ ਗੜਬੜ ਹੋ ਜਾਂਦੀ ਹੈ। ਫਿਰ ਕਿਸੇ ਨੂੰ ਜਦੋਂ 4 ਰੁਪਏ ਦਾ ਚੈੱਕ ਜਾਂਦਾ, ਕਿਸੇ ਨੂੰ ਜਦੋਂ 15 ਰੁਪਏ ਦਾ ਚੈੱਕ ਜਾਂਦਾ, ਉਹ ਕਾਫੀ ਖਤਰਨਾਕ ਹੋ ਜਾਂਦੇ ਨੇ ਉਸ ਮਾਮਲੇ 'ਚ। ਜੀ, ਉਮੀਦਾਂ ਵਧਾ ਕੇ ਤੁਸੀਂ ਜਦੋਂ ਘੱਟ ਦਿੰਦੇ ਹੋ ਤਾਂ ਫਿਰ
ਕੁਦਰਤੀ ਤੌਰ ਤੇ ਬੇਚੈਨੀ ਪੈਦਾ ਹੁੰਦੀ ਹੈ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਵੀ ਸੁਣਿਆ ਮੁੱਖ ਮੰਤਰੀ ਪੰਜਾਬ ਨੂੰ ਅੱਜ ਬੋਲਦਿਆਂ, ਔਰ ਉਹਨਾਂ ਦਾ ਜਿਹੜਾ ਰਵਾਇਤੀ ਅੰਦਾਜ਼ ਹੈ ਔਰ ਇਹਨਾਂ ਹੀ ਮੁੱਦਿਆਂ ਤੇ ਉਹਨਾਂ ਦਾ ਜਿਹੜਾ ਪਹਿਲਾ ਰੁਖ ਹੈ, ਉਹਦੇ ਵਿੱਚ ਹੁਣ ਲਗਭਗ ਯੂ ਟਰਨ ਹੈ, ਪੂਰੀ ਤਰ੍ਹਾਂ ਤਬਦੀਲੀ ਹੈ। ਮੈਂ ਪੁੱਛੂੰਗਾ, ਜਾਣਨਾ ਚਾਹੂੰਗਾ ਤੁਹਾਡੇ ਤੋਂ, ਸਾਨੂੰ ਸਮਝਾਓ ਜ਼ਰਾ ਕਿ ਉਹਨਾਂ ਦੀ ਬਾਡੀ ਲੈਂਗੁਏਜ, ਲਹਿਜੇ, ਸ਼ਬਦ ਚੋਣ, ਇਹ ਸਾਰੇ ਨੂੰ ਤੁਸੀਂ ਕਿਵੇਂ ਪੜ੍ਹਿਆ, ਜਾਣਿਆ, ਸਮਝਿਆ? ਘੱਟੋ ਘੱਟ ਦੋ ਇਸ਼ੂਸ ਤੇ ਮੈਨੂੰ ਲੱਗਿਆ ਕਿ ਉਹਨਾਂ ਦੀ ਟੈਕਟੀਕਲ ਰਿਟਰੀਟ ਅੱਜ। ਪਹਿਲਾ ਇਸ਼ੂ ਜਿਹੜਾ ਕਾਂਗਰਸ ਨਾਲ ਰਿਲੇਸ਼ਨਸ਼ਿਪ ਹੈ, ਪੰਜਾਬ ਦੇ ਵਿੱਚ ਬਹੁਤ ਬਿਟਰ ਰਿਲੇਸ਼ਨਸ਼ਿਪ ਚੱਲ ਰਿਹਾ ਹੈ ਇਸ ਵੇਲੇ ਆਪ ਤੇ ਕਾਂਗਰਸ ਦਾ, ਕਿ ਜਦੋਂ ਤੋਂ ਇਹਨਾਂ ਨੇ ਕਾਂਗਰਸੀਆਂ ਤੇ ਕੇਸ ਬਣਾਉਣੇ ਸ਼ੁਰੂ ਕੀਤੇ, ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਉਦੋਂ ਦੀ ਇਹ ਸਮੱਸਿਆ ਆ ਰਹੀ ਹੈ। ਤੇ ਇਸੇ ਇਸ਼ੂ ਨੂੰ ਲੈ ਕੇ ਕਾਂਗਰਸੀ ਆਪ ਨਾਲ ਪੰਜਾਬ ਵਿੱਚ ਕੋਈ ਵੀ ਅਰੇਂਜਮੈਂਟ ਕਰਨ ਤੋਂ ਨੂੰ ਅਪੋਜ਼ ਕਰ ਰਹੇ ਆ। ਮੇਰੀ ਜਾਣਕਾਰੀ ਮੁਤਾਬਕ ਪੰਜਾਬ ਦੇ ਕਾਂਗਰਸੀਆਂ ਨੇ ਰਾਹੁਲ ਗਾਂਧੀ ਨੂੰ ਵੀ ਬਹੁਤ ਠੋਕ ਕੇ ਕਿਹਾ ਕਿ ਅਸੀਂ ਇੱਥੇ ਅਲਾਇੰਸ ਨਹੀਂ ਕਰਨੀ, ਤੇ ਉਹਨਾਂ ਨੇ ਵੀ ਇਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਹਾਨੂੰ ਰੀਕਨਸਿਡਰ ਕਰਨਾ ਚਾਹੀਦਾ। ਹਾਲੇ ਉਹ ਗੱਲ ਵਿੱਚੇ ਹੀ ਚੱਲ ਰਹੀ ਹੈ, ਇਹ ਆਪਣਾ ਪੱਖ ਉੱਥੇ ਦੇ ਆਏ ਆ ਜੀ। ਅੱਜ ਭਗਵੰਤ ਮਾਨ ਹੋਰਾਂ ਨੇ ਸਟੈਂਡ ਲਿਆ ਕਿ ਇਸ਼ੂ ਨੈਸ਼ਨਲ ਇੰਟਰਸਟ ਦਾ ਹੈ ਤੇ ਉਹਦੇ 'ਚ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਨੈਸ਼ਨਲ ਇੰਟਰਸਟ, ਹੁਣ ਸਾਡੀ ਸਮੱਸਿਆ ਹੈ ਕਿ ਪਾਰਟੀਆਂ ਆਪਣੇ ਇੰਟਰਸਟ ਨੂੰ ਵੀ ਨੈਸ਼ਨਲ ਇੰਟਰਸਟ ਬਣਾ ਦਿੰਦੀਆਂ। ਮੈਂ ਖੁਦ ਇਹ ਸਟੈਂਡ ਲਗਾਤਾਰ ਕਹਿੰਦਾ ਆ ਰਿਹਾ, ਜਿਹੜੀ ਸਿਆਸਤ ਪੋਲਰਾਈਜੇਸ਼ਨ ਦੀ ਮਨੀਪੁਰ ਤੋਂ ਮੇਵਾਤ ਚੱਲ ਰਹੀ ਹੈ, ਇਸ਼ੂ ਉਸ ਸਿਆਸਤ ਨੂੰ ਕਨਫਰੰਟ ਕਰਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਇਹਨਾਂ ਦਾ ਪਰਸਨਲ ਇੰਟਰਸਟ ਹੈ ਉਹਨੂੰ ਨੈਸ਼ਨਲ ਇੰਟਰਸਟ ਦੇ ਵਿੱਚ ਕਨਵਰਟ ਨਹੀਂ ਕਰਨਾ ਚਾਹੀਦਾ। ਠੀਕ ਹੈ, ਉਹਨਾਂ ਦਾ ਆਪਣਾ ਨਜ਼ਰੀਆ ਹੈ, ਲੇਕਿਨ ਸਾਰੇ ਪਾਰਟੀਆਂ ਇੱਕ ਮਿਨੀਮਮ ਕਾਮਨ ਪ੍ਰੋਗਰਾਮ ਤੇ ਇਕੱਠੀਆਂ ਹੋ ਰਹੀਆਂ ਤੇ ਉਹ ਵੱਡਾ ਇਸ਼ੂ ਹੈ। ਤੇ ਉਹਦੇ ਵਿੱਚ ਜਿਵੇਂ ਪੰਜਾਬ ਦੇ ਕਾਂਗਰਸੀ ਗੱਲ ਕਰ ਰਹੇ ਹੈ, ਉਹਦੇ ਵਿੱਚ ਤੁਹਾਨੂੰ ਕਈ ਵਾਰੀ ਆਪਣੇ ਜਿਹੜੇ ਲੋਕਲ ਇੰਟਰਸਟ ਹੁੰਦੇ ਆ ਉਹਨਾਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾ। ਇਹ ਐਡਜਸਟਮੈਂਟ ਕਿਵੇਂ ਹੁੰਦੀ ਹੈ, ਇਹ ਗੱਲ ਅੱਗੇ ਦੇਖਣ ਵਾਲੀ ਹੈ, ਲੇਕਿਨ ਇਸ਼ੂਜ਼ ਬਹੁਤ ਵੱਡੇ ਹੈ। ਹੁਣ ਜੋ ਲੋਕ ਸਭਾ ਦੇ ਵਿੱਚ ਚੱਲ ਰਿਹਾ ਹੈ, ਮਸਲਨ ਅੱਜ ਬਹਿਸ ਚੱਲੀ ਹੈ ਆਰਡੀਨੈਂਸ ਤੇ, ਔਰ ਬੇਸਿਕ ਇਸ਼ੂ ਤਾਂ ਆਰਡੀਨੈਂਸ ਹੀ ਚੱਲ ਰਿਹਾ ਇਸ ਵੇਲੇ, ਉਹ ਤਾਂ ਸਾਰੇ ਇਕੱਠੇ ਹੋਏ। ਰਾਜ ਸਭਾ ਚ ਲੋਕ ਸਭਾ ਦਾ ਬਿੱਲ ਪਾਸ ਹੋ ਗਿਆ ਤੇ ਉਹ ਸੁਣਨ ਵਾਲੀ ਸੀ। ਇਸ ਕਰਕੇ ਜਦੋਂ ਆਪਾਂ ਨੈਸ਼ਨਲ ਇੰਟਰਸਟ ਦੀ ਗੱਲ ਕਰਦੇ ਹਾਂ, ਉਹਦੇ ਨੈਸ਼ਨਲ ਇੰਟਰਸਟ ਦੀ ਗੱਲ ਵੀ ਆ ਰਹੀ ਹੈ। ਉਹ ਇਹ ਇਸ਼ੂਜ਼ ਵੱਡੇ ਹੈਗੇ ਆ, ਉਹਦੇ ਤੇ ਮੈਨੂੰ ਲੱਗਿਆ ਭਗਵੰਤ ਮਾਨ ਹੋਰਾਂ ਨੇ ਆਪਣਾ ਇੱਕ ਸੋਬਰ ਜਿਹਾ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਜਿਹੜੀ ਗੱਲ ਮੈਂ ਕੀਤੀ ਵੀ ਨੈਸ਼ਨਲ ਇੰਟਰਸਟ ਤੇ ਪਾਰਟੀ ਇੰਟਰਸਟ, ਇਹ ਦੋ ਵੱਖਰੀਆਂ ਗੱਲਾਂ ਹੁੰਦੀਆਂ ਤੇ ਅਕਸਰ ਪਾਰਟੀਆਂ ਦੇ ਵਿੱਚ ਟੈਂਡੈਂਸੀ ਹੁੰਦੀ ਹੈ, ਰੂਲਿੰਗ ਪਾਰਟੀ ਖਾਸ ਕਰਕੇ, ਕਿ ਉਹ ਆਪਣੇ ਇੰਟਰਸਟ ਨੂੰ ਨੈਸ਼ਨਲ ਇੰਟਰਸਟ ਨਾਲ ਆਇਡੈਂਟੀਫਾਈ ਕਰਨ ਲੱਗ ਪੈਂਦੇ ਆ। ਗੜਬੜ ਉੱਥੇ ਹੁੰਦੀ ਹੈ। ਪੰਜਾਬ ਤੇ ਕਸ਼ਮੀਰ ਨੇ ਇਹ ਬਹੁਤ ਭੁਗਤਿਆ ਲਿਆ, ਲੇਕਿਨ ਇਹ ਮੰਨ ਕੇ ਚੱਲੋ ਵੀ ਸਾਡੇ ਇਸ਼ੂਜ਼ ਜਿਹੜੇ ਹੈਗੇ ਹੈ ਉਹ ਬਰਾਡਰ ਲੈਵਲ ਤੇ ਹੋਰ ਹੈ, ਤੇ ਬਾਕੀ ਲੜਾਈ ਹੋਣ ਦੀ ਪਾਰਟੀਆਂ ਦੀ ਹੈਗੀ ਹੈ, ਉਹਨੂੰ ਤੁਸੀਂ ਨੈਸ਼ਨਲ ਇੰਟਰਸਟ ਕਹਿ ਲਓ, ਜਿਸ ਤਰ੍ਹਾਂ ਮਰਜ਼ੀ ਕਹਿ ਲਓ। ਦੂਸਰਾ ਇਸ਼ੂ ਗਵਰਨਰ ਨਾਲ, ਉਹਦੇ ਤੇ ਵੀ ਉਹਨਾਂ ਨੇ ਬਹੁਤ ਕੰਸੀਲੀਏਟਰੀ ਟੋਨ ਜੀ ਦਿਖਾਈ ਹੈ। ਨਹੀਂ ਤਾਂ ਪਹਿਲਾਂ ਅਗਰੈਸਿਵਲੀ ਜਿਹੜੀ ਗੱਲ ਕਰਨੀ, ਜਿਵੇਂ ਅਸੈਂਬਲੀ ਦੇ ਵਿੱਚ ਜਿਹੜੀ ਗੱਲ ਗਵਰਨਰ ਹੋਰਾਂ ਨੇ ਆਪਣੇ ਇੰਟਰਵਿਊ ਕੀਤੀ ਇੱਕ ਅਖਬਾਰ ਦੇ ਨਾਲ, ਕਿ ਮੈਨੂੰ ਵਿਲੜ ਦੱਸਿਆ ਤੇ ਸਿੰਗਲ ਆਬਜੈਕਟਿਵ ਨਾਲ, ਹਾਂ ਵਿਲਾ ਕਿਹਾ ਤੇ ਤੂੰ ਕਹਿ ਕੇ ਗੱਲ ਕੀਤੀ ਹੈ, ਇਹ ਕਹਿ ਕੇ ਗੱਲ ਕੀਤੀ ਹੈ। ਸੋ ਉਹਦੇ 'ਚ ਉਹਨਾਂ ਨੇ ਰਿਐਕਟ ਨਹੀਂ ਕੀਤਾ ਅੱਜ। ਸੋ ਇਹਦਾ ਮਤਲਬ ਇਹ ਹੈ ਕਿ ਇੱਕ ਇਸ ਮੂਵ ਨਾਲ ਹੀ ਉਹਨਾਂ ਨੇ ਉਹ ਸਾਰੇ ਇੰਟਰਵਿਊ ਜ਼ੀਰੋ ਕਰਤੀ, ਰਿਸਪੌਂਡ ਨਾ ਕਰਨਾ। ਇਸ਼ੂ ਬੇਸਿਕਲੀ ਉੱਥੇ ਹੀ ਖੜੇ ਹੈ। ਇਸ਼ੂ ਤਾਂ ਇਹ ਹੈ ਕਿ ਚਾਰੇ ਬਿੱਲ ਜਿਹੜੇ ਭੇਜੇ ਗਵਰਨਰ ਕੋਲ ਅਪਰੂਵਲ ਵਾਸਤੇ, ਕੀ ਅਪਰੂਵ ਹੋ ਕੇ ਆ ਜਾਣਗੇ, ਕੀ ਗਵਰਨਰ ਉਹਨਾਂ ਨੂੰ ਪ੍ਰੈਜ਼ੀਡੈਂਟ ਕੋਲ ਭੇਜਣਗੇ? ਮੈਂ ਗੱਲ ਪਹਿਲਾਂ ਵੀ ਕੀਤੀ ਸੀ, ਜੇ ਗਵਰਨਰ ਸਾਹਿਬ ਕਹਿੰਦੇ ਵੀ ਸੈਸ਼ਨ ਇਲੀਗਲ ਸੀ, ਫਿਰ ਭਾਈ ਤੁਸੀਂ ਸਟੇਟ ਗਵਰਨਮੈਂਟ ਨੂੰ ਵਾਪਸ ਭੇਜ ਦਿਓ ਇਹ ਲਿਖ ਕੇ ਵੀ ਇਹ ਕਿਉਂਕਿ ਸੈਸ਼ਨ ਇਲੀਗਲ ਸੀ ਇਸ ਕਰਕੇ ਮੈਂ ਬਿੱਲ ਰਿਜੈਕਟ ਕਰਦਾ ਹਾਂ। ਉਹ ਗਵਰਨਰ ਸਾਹਿਬ ਵੀ ਲਾਈਨ ਕਲੀਅਰ ਕੱਟ ਇਸ ਗੱਲ ਤੇ ਨਹੀਂ ਲੈ ਰਹੇ। ਆਪਣੀ ਜ਼ਿੰਮੇਵਾਰੀ ਜੇ ਪ੍ਰੈਜ਼ੀਡੈਂਟ ਇੰਡੀਆ ਤੇ ਪਾਉਣੀ ਹੈ ਤੇ ਫਿਰ ਇਹ ਮਿਡਲ ਪਾਥ ਹੈ। ਸੋ ਲੇਕਿਨ ਜਿਹੜੀ ਇਹਨਾਂ ਨੇ ਰਿਕਨਸਿਲਿਏਟਰੀ ਅਡਾਪਟ ਕੀਤੀ ਹੈ ਉਹ ਇੰਟਰਸਟਿੰਗ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਹੁਣ ਅੱਗੇ ਇਲੈਕਸ਼ਨ ਆ ਰਹੀ ਹੈ,
ਉਹਦੇ 'ਚ ਮੇਰਾ ਖਿਆਲ ਹੈ ਕੁੜੱਤਣ ਆਪਣੇ ਸਟੇਟ ਦੀ ਪੋਲਿਟੀ ਚੋਂ ਘਟਾ ਕੇ ਆਪਣੇ ਜਿਹੜੇ ਪਾਰਟੀ ਇੰਟਰਸਟ ਹੈ ਉਹ ਅੱਗੇ ਦੇਖਣਾ ਚਾਹੁੰਦੇ ਆ। ਵੈਸੇ ਇਹਦੇ ਚ ਸਰਦਾਰ ਜਗਤਾਰ ਸਿੰਘ ਜੀ ਕੈਟੇਗੋਰੀਕਲੀ ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਮੀਡੀਆ ਦੇ ਵਿੱਚ ਸਨਸਨੀ ਲਈ ਵੀ ਕਿਸੇ ਵੇਲੇ ਸੈਂਸੇਸ਼ਨਲ ਵੀ ਹੋ ਜਾਂਦਾ ਹੈ, ਤੇ ਮੈਂ ਕਿਸੇ ਇੰਟਰਵਿਊ ਨੂੰ ਦੇਖਿਆ ਨਹੀਂ, ਜਾਂ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਇੱਕ ਤਰ੍ਹਾਂ ਨਾਲ ਡਿਲੂਟ ਕਰਨ ਦਾ ਯਤਨ ਵੀ ਉਹਨਾਂ ਨੇ ਕੀਤਾ ਹੈ। ਔਰ ਦੂਜੀ ਗੱਲ, ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਗਵਰਨਰ ਦੇ ਨਜ਼ਰੀਏ ਤੋਂ ਜਾਂ ਗੈਰ ਕਾਨੂੰਨੀ ਸੈਸ਼ਨ ਦੇ ਨਜ਼ਰੀਏ ਤੋਂ ਜਾਂ ਬਿੱਲਾਂ ਦੇ ਨਜ਼ਰੀਏ ਤੋਂ, ਇਹ ਮਾਮਲੇ ਤਾਂ ਮੈਨੂੰ ਲੱਗਦਾ ਸੰਵਿਧਾਨ ਦੀ ਵਿਆਖਿਆ ਦੇ ਨੇ। ਆਖਰਕਾਰ ਤਾਂ ਜੇ ਨਿਪਟਾਉਣੇ ਹੋਏ ਤਾਂ ਕਿਸੇ ਧਿਰ ਨੂੰ ਸੁਪਰੀਮ ਕੋਰਟ 'ਚ ਜਾਣਾ ਪਊ, ਜਾਂ ਫਿਰ ਕੋਈ ਸਰਕਾਰ ਜਾਂ ਗਵਰਨਰ ਤੋਂ ਬਿਨਾਂ ਵੀ ਕੋਈ ਜਾ ਸਕਦਾ ਜੀ, ਕੋਈ ਹੋਰ ਵਿਅਕਤੀ ਵੀ ਜਾ ਸਕਦਾ ਇਸ ਮਾਮਲੇ ਨੂੰ ਲੈ ਕੇ। ਇਹ ਹੁਣ ਇਹ ਮਾਮਲੇ ਨੂੰ ਐਡਰੈਸ ਜੇ ਇਹ ਐਜ ਇਟ ਇਜ਼ ਪਏ ਰਹਿੰਦੇ ਆ, ਇਹਦੇ ਤੇ ਰਿਐਕਟ ਗਵਰਨਮੈਂਟ ਆਫ ਪੰਜਾਬ ਵੀ ਨਹੀਂ ਕਰਦੀ, ਉਧਰ ਗਵਰਨਰ ਵੀ ਨਹੀਂ ਕਰਦੇ, ਤਾਂ ਆਖਰ ਜਿਹੜੇ 4 ਬਿੱਲ ਨੇ ਜਿਨ੍ਹਾਂ ਦੇ ਵਿੱਚ ਅਹਿਮ ਬਿੱਲ ਵੀ ਨੇ ਉਹ ਉਵੇਂ ਤੇ ਉਵੇਂ ਪਏ ਰਹਿਣਗੇ। ਅੱਜ ਜਦੋਂ ਇੱਕ ਪੱਤਰਕਾਰ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ, ਆਵਾਜ਼ ਆ ਰਹੀ ਸੀ ਕਿ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਤੇ ਮੁੱਖ ਮੰਤਰੀ ਬੜੀ ਚਲਾਕੀ ਨਾਲ ਉਹ ਸਵਾਲ ਆਉਣਾ ਸੀ, ਜੇ ਉਸ ਤੋਂ ਪਹਿਲਾਂ ਨਿਕਲ ਜਾਂਦੇ। ਇਸ 2-3 ਸਵਾਲ ਵੀ ਅਹਿਮ ਨੇ। ਸੁਪਰੀਮ ਕੋਰਟ ਨੇ ਪਿੱਛੇ ਜੇ ਗੱਲ ਕਲੀਅਰ ਕੀਤੀ ਸੀ ਕਿ ਗਵਰਨਰ ਅਣਮਿੱਥੇ ਸਮੇਂ ਵਾਸਤੇ ਬਿੱਲ ਆਪਣੇ ਕੋਲ ਨਹੀਂ ਰੱਖ ਸਕਦੇ। ਇਹ ਇਸ਼ੂ ਠੀਕ ਹੈ, ਕੰਸਟੀਟਿਊਸ਼ਨਲ ਪ੍ਰੋਵੀਜ਼ਨ ਇਹ ਤੇ ਸਾਇਲੈਂਟ ਹੈਗੀ ਹੈ, ਲੇਕਿਨ ਜਦੋਂ ਇੰਟਰਪ੍ਰੀਟੇਸ਼ਨ ਹੁੰਦੀ ਹੈ ਕੰਸਟੀਟਿਊਸ਼ਨ ਦੀ, ਉਹ ਸੁਪਰੀਮ ਕੋਰਟ ਦਾ ਕੰਮ ਹੈ। ਸੋ ਉਹਨਾਂ ਦੀ ਆਬਜ਼ਰਵੇਸ਼ਨ ਹੈਗੀ ਹੈ ਕਿ ਅਨਲਿਮਿਟਡ ਸਮੇਂ ਵਾਸਤੇ ਬਿੱਲ ਨਹੀਂ ਰੱਖੇ ਜਾ ਸਕਦੇ। ਜਦ ਤੱਕ ਗਵਰਨਰ ਇਹ ਤੇ ਕੈਟੇਗੋਰਿਕ ਸਟੈਂਡ ਨਹੀਂ ਲੈਂਦੇ ਤਦ ਤੱਕ ਸੁਪਰੀਮ ਕੋਰਟ ਦੇ ਵਿੱਚ ਨਹੀਂ ਜਾਇਆ ਜਾ ਸਕਦਾ। ਉਹ ਸਟੈਂਡ ਲੈਣ, ਇਸੇ ਕਰਕੇ ਮੈਂ ਕਿਹਾ ਇਹ ਰਿਜੈਕਟ ਕਰਕੇ ਵਾਪਸ ਭੇਜਣ, ਫਿਰ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀ ਹੈ, ਉਹ ਤੱਕ ਨਹੀਂ ਜਾ ਸਕਦਾ। ਹੋਰ ਕੋਈ ਪਬਲਿਕ ਇੰਟਰਸਟ ਲਿਟੀਗੇਸ਼ਨ ਇਹ ਤੇ ਨਹੀਂ ਹੋ ਸਕਦੀ ਮੇਰੇ ਖਿਆਲ ਦੇ ਵਿੱਚ। ਕੰਸਟੀਟਿਊਸ਼ਨਲ ਇਸ਼ੂਜ਼ ਹੈਗੇ ਆ ਬਹੁਤ ਡੀਪਰ, ਜਦ ਤੱਕ ਕੈਟੇਗੋਰਿਕ ਕੋਈ ਸਟੈਂਡ ਨਹੀਂ ਲਿਆ ਜਾਂਦਾ ਉਦ ਤੱਕ ਇਹ ਚੈਲੰਜ ਨਹੀਂ ਹੋ ਸਕਦਾ। ਜੀ ਸਰਦਾਰ ਹਮੀਦ ਸਿੰਘ ਜੀ, ਮੈਨੂੰ ਇਹ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ ਕਿ ਜਿਵੇਂ ਸਥਿਤੀ ਬਣੀ ਹੋਈ ਹੈ, ਹਾਲਾਂਕਿ ਮੁੱਖ ਮੰਤਰੀ ਨੇ ਇਹਦੇ ਤੇ ਚੁੱਪ ਰਹਿ ਕੇ ਜਾਂ ਤਲਖੀ ਨਾ ਦਿਖਾ ਕੇ ਇਸ ਲੜਾਈ ਨੂੰ ਅੱਗੇ ਵਧਾਉਣ ਤੋਂ ਇੱਕ ਤਰ੍ਹਾਂ ਨਾਲ ਪਾਸਾ ਵੱਟ ਲਿਆ, ਲੇਕਿਨ ਲੜਾਈ ਤਾਂ ਬਣੀ ਹੋਈ ਹੈ, ਸਟੇਟਸ ਕੋ ਤਾਂ ਹੈ ਹੀ ਆ। ਉਹ ਜਿਹੜੇ ਬਿੱਲ ਆ ਪਏ ਹੋਏ ਆ ਉੱਥੇ, ਜੇ ਕਿਤੇ ਕੁਝ ਸਾਇਲੈਂਟ ਆ, ਕੁਝ ਪ੍ਰੋਵੀਜ਼ਨਸ ਦੇ ਉੱਤੇ ਸੰਵਿਧਾਨ ਸਾਇਲੈਂਟ ਆ, ਜਾਂ ਜੇ ਉਹਦੀ ਵਿਆਖਿਆ ਦੀ ਲੋੜ ਪੈਂਦੀ ਆ ਤਾਂ ਉਹ ਕੋਈ ਤਾਂ ਕਰੂਗਾ ਨਾ ਜੀ। ਹੁਣ ਸੈਸ਼ਨ ਗੈਰ ਕਾਨੂੰਨੀ ਆ ਕਿ ਕਾਨੂੰਨੀ ਆ, ਇਹਨਾਂ ਪਰਿਸਥਿਤੀਆਂ ਦੇ ਵਿੱਚ ਉਹਨੂੰ ਉਹਦੇ ਤੇ ਫੈਸਲਾ ਕੌਣ ਦੇਊਗਾ ਜਦੋਂ ਉਹ ਦੋਵਾਂ ਤਰ੍ਹਾਂ ਚ ਕੋਈ ਜਾਊਗਾ ਹੀ ਨਹੀਂ ਅੱਗੇ? ਇਹਦਾ ਮਤਲਬ ਇਹ ਐਜ ਇਟ ਇਜ਼ ਪਿਆ ਰਹੂਗਾ, ਜਾਂ ਫਿਰ ਇਹਦੇ ਲਈ ਜਦੋਂ ਕੋਈ ਅਗਲਾ ਸੈਸ਼ਨ ਆਊਗਾ ਤੇ ਮੁੱਖ ਮੰਤਰੀ ਦੁਬਾਰਾ ਇਹ ਜਿਹੜੇ ਬਿੱਲ ਆ ਇਹਨਾਂ ਨੂੰ ਪਾਸ ਕਰਵਾ ਲੈਣਗੇ ਕਾਨੂੰਨ ਬਣਾਉਣ ਲਈ। ਇਹ ਇੱਕ ਪਹਿਲੂ ਤਾਂ ਹੈ ਹੀ ਹੈ ਨਾ ਜੀ। ਆਖਰਕਾਰ ਕਿਤੇ ਜਾ ਕੇ ਤਾਂ ਇਹਦੀ ਵਿਆਖਿਆ ਹੋਣੀ ਬਣਦੀ ਹੈ ਨਾ ਕਿ ਇਹ ਸਥਿਤੀ ਮਤਲਬ ਕਿਧਰੇ ਤਾਂ ਜਮੂਤ ਟੁੱਟਣਗੇ ਨਾ ਸਰ। ਨਹੀਂ, ਜਦ ਤੱਕ ਗਵਰਨਰ ਵਾਪਸ, ਮੈਂ ਇੱਕ ਗੱਲ ਕਲੀਅਰ ਕਰ, ਜਦ ਤੱਕ ਗਵਰਨਰ ਵਾਪਸ ਨਹੀਂ ਭੇਜਦਾ ਉਦ ਤੱਕ ਅਸੈਂਬਲੀ ਦੁਬਾਰਾ ਬਿੱਲ ਨਹੀਂ ਪਾਸ ਕਰ ਸਕਦੀ। ਪਰ ਸਰ ਜਦੋਂ ਗਵਰਨਰ ਇਹ ਕਹਿ ਹੀ ਚੁੱਕੇ ਵੀ ਗੈਰ ਕਾਨੂੰਨੀ ਆ, ਤੇ ਉਹਨਾਂ ਨੂੰ ਕਾਗਜ਼ ਦਾ ਟੁਕੜਾ ਸਮਝ ਕੇ ਪਏ ਰਹਿਣ ਦੇਣਗੇ ਜੀ? ਇਹ ਵੀ ਤਾਂ ਇੱਕ ਪਹਿਲੂ ਹੈ। ਨਹੀਂ, ਜਦ ਤੱਕ ਨਹੀਂ, ਇਹ ਸਰਕਾਰਾਂ ਮੂੰਹ ਜ਼ਬਾਨੀ ਨਹੀਂ ਚੱਲਦੀਆਂ, ਸਰਕਾਰਾਂ ਤਾਂ ਕਾਗਜ਼ ਤੇ ਚੱਲਦੀਆਂ। ਜਦ ਤੱਕ ਇਨ ਰਾਈਟਿੰਗ ਉਹ ਲਿਖ ਕੇ ਨਹੀਂ ਭੇਜਦੇ ਕਿ ਤੁਹਾਡਾ ਸੈਸ਼ਨ ਗੈਰ ਕਾਨੂੰਨੀ ਸੀ, ਮੈਂ ਰਿਜੈਕਟ ਕਰਦਾ, ਉਹ ਤੱਕ ਗੱਲ ਅੱਗੇ ਨਹੀਂ ਵੱਧ ਸਕਦੀ। ਮੈਨੂੰ ਇਹ ਲੱਗਦਾ ਇਹਨਾਂ ਦੇ ਬਿੱਲ ਜਾਣ ਤੋਂ ਬਾਅਦ ਹੀ ਗਵਰਨਰ ਇਹਨੂੰ ਗੈਰ ਕਾਨੂੰਨੀ ਲਿਖ ਚੁੱਕੇ ਆ ਨਾ। ਇਹਨਾਂ ਦੇ ਬਿੱਲ ਜਾਣ ਤੋਂ ਬਾਅਦ ਗਵਰਨਰ ਨੇ ਇਹਨੂੰ ਗੈਰ ਕਾਨੂੰਨੀ ਲਿਖਿਆ ਹੋਇਆ ਸਰ ਚਿੱਠੀ 'ਚ। ਲਿਖ ਕੇ ਸਰਕਾਰ ਨੂੰ ਵਾਪਸ ਭੇਜਣ ਵੀ ਗੈਰ ਕਾਨੂੰਨੀ ਹੈ, ਮੈਂ ਰਿਜੈਕਟ ਕਰਦਾ, ਇਹ ਫਰਕ ਹੈ। ਹਾਂ, ਮੈਨੂੰ ਲੱਗਦਾ ਇਹ ਮਾਮਲਾ ਗਵਰਨਰ ਤੇ ਸਰਕਾਰ ਦੇ ਦਰਮਿਆਨ ਨਹੀਂ ਹੈ, ਮਾਮਲਾ ਕੰਟਰੋਵਰਸੀਅਲ ਬਣੂਗਾ ਵਿਧਾਨ ਸਭਾ ਤੇ ਗਵਰਨਰ ਦੇ ਦਰਮਿਆਨ। ਜਦੋਂ ਗਵਰਨਰ ਨੇ ਪਹਿਲਾਂ ਚਿੱਠੀ ਲਿਖ ਕੇ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਕਿ ਤੁਸੀਂ ਕਿਵੇਂ ਬੁਲਾਇਆ, ਪ੍ਰੋਰੋਗ ਹੋਇਆ ਸੀ ਜਾਂ ਨਹੀਂ ਹੋਇਆ ਸੀ, ਉਹਨੇ ਕਿਹਾ ਮੈਂ ਠੀਕ ਹੈ ਤੇ ਮੈਂ ਇਸ ਲਈ ਇਹਨੂੰ ਠੀਕ ਸਮਝਦਾ। ਤੇ ਜੇ ਵਿਧਾਨ ਸਭਾ ਦਾ ਸਪੀਕਰ ਇਸ ਤੋਂ ਬਾਅਦ ਅਗਲੀ ਕੋਈ ਕਾਰਵਾਈ ਕਰਦੇ ਨੇ ਕਿ ਗਵਰਨਰ ਨੂੰ ਵਿਧਾਨ ਸਭਾ ਦੀ ਤੋਹੀਨ ਕਰਨ ਦਾ ਕੀ ਰਾਈਟ ਹੈ ਕਿ ਉਹ ਕਹੇ, ਤਾਂ ਉਸ ਤੋਂ ਬਾਅਦ ਸਪੀਕਰ ਦੇ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਹੈ, ਔਰ ਗਵਰਨਰ ਉਹ ਵੀ ਕਾਂਸਟੀਟਿਊਸ਼ਨਲ ਅਥਾਰਟੀਆਂ ਨੇ, ਕੋਈ ਕੋਰਟ ਸਪੀਕਰ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦਿੰਦੀ। ਬਹੁਤ ਬੜੇ ਮਾਮਲਿਆਂ ਦੇ ਵਿੱਚ ਗਵਰਨਰ ਦੇ ਮਾਮਲੇ 'ਚ ਦਖਲ ਦੇਣਾ, ਚੀਫ ਮਿਨਿਸਟਰ ਦੇ ਵਿੱਚ ਦੇਣਾ ਹੋਰ ਗੱਲ ਹੈ ਜੇ। ਉਹ ਇੱਕ ਲੈਜਿਸਲੇਚਰ ਦਾ ਮਾਮਲਾ ਹੈ, ਇੱਕ ਲੈਜਿਸਲੇਚਰ ਨੇ ਲਾ ਪਾਸ ਕਰਤੇ ਨੇ ਆਪਣੇ ਵੱਲੋਂ, ਤਾਂ ਗਵਰਨਰ ਕਿਸ ਹੈਸੀਅਤ 'ਚ ਉਹਨੂੰ ਇਲੀਗਲ ਠਹਿਰਾ ਰਹੇ ਨੇ ਕਿ ਉਹ ਵਜੂਦ ਨਹੀਂ। ਤਾਂ ਮਤਲਬ ਉੱਥੇ ਸਪੀਕਰ ਦੀ ਵੀ ਮੋਹਰ ਲੱਗੀ ਹੋਈ ਹੈ, ਕੱਲਾ ਚੀਫ ਮਿਨਿਸਟਰ ਨਹੀਂ, ਕੱਲਾ ਬੁਲਾਇਆ ਗਿਆ ਸੈਸ਼ਨ ਨਹੀਂ ਹੈ। ਤੇ ਹੁਣ ਅਥਾਰਟੀ ਸਪੀਕਰ ਦੀ ਤਹਿਤ ਹੋਇਆ ਉਹ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੋਇਆ। ਤੇ ਇਦੋਂ ਅਗਲਾ ਕਦਮ ਜਿਹੜਾ ਉਸ ਪੱਧਰ ਦੇ ਉੱਤੇ ਹੈ
ਮੈਨੂੰ ਲੱਗਦਾ ਕਿ ਕੋਈ ਐਮਐਲਏ ਵੀ ਜਾ ਸਕਦੇ ਨੇ, ਕੋਈ ਸਪੀਕਰ ਵੀ ਜਾ ਸਕਦੇ ਨੇ, ਕੋਈ ਵੀ ਕਿਤੇ ਉਦੋਂ ਜਾ ਸਕਦਾ ਨਾ। ਵਿਆਖਿਆ ਅਲੱਗ ਕੁਐਸਚਨ ਹੈ। ਜਦੋਂ ਵੀ ਇਹ ਚੀਜ਼ਾਂ ਆਉਂਦੀਆਂ ਨੇ ਗ੍ਰੇ ਏਰੀਏ ਦੇ ਵਿੱਚ, ਤਾਂ ਇਹ ਚੀਜ਼ਾਂ ਕੋਰਟ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਜਾ ਸਕਦੇ ਨੇ, ਕਿਉਂਕਿ ਉਹ ਚੀਜ਼ਾਂ ਨਹੀਂ ਕਰ ਸਕਦਾ ਗਵਰਨਰ ਕਿਸੇ ਵੀ ਰੂਪ ਦੇ ਵਿੱਚ। ਪਰ ਸਰਦਾਰ ਹਰਮੀਤ ਸਿੰਘ ਜੀ, ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਇਹ ਚਿੱਠੀ ਗਵਰਨਰ ਵੱਲੋਂ ਮੁੱਖ ਮੰਤਰੀ ਨੂੰ ਭੇਜੀ ਗਈ ਕਿ ਗੈਰ ਕਾਨੂੰਨੀ ਆ, ਤਾਂ ਮੁੱਖ ਮੰਤਰੀ ਇਹੀ ਚਿੱਠੀ ਆਪਣਾ ਨਾਲ ਇੱਕ ਲੈਟਰ ਲਾ ਕੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੰਦੇ। ਵਿਧਾਨ ਸਭਾ ਦਾ ਸਪੀਕਰ ਕੋਈ ਸਰਕਾਰ ਦਾ ਧਿਰਤ ਨਹੀਂ ਹੁੰਦੀ, ਉਹ ਤਾਂ ਕਸਟੋਡੀਅਨ ਆ ਨਾ ਵਿਧਾਨ ਸਭਾ ਦੇ, ਤੇ ਉਹਨਾਂ ਨੂੰ ਚਿੱਠੀ ਲਿਖ ਦਿੰਦੇ ਕਿ ਗਵਰਨਰ ਇਹ ਕਹਿ ਰਿਹਾ ਜੀ, ਸਾਨੂੰ ਇਹਦੇ ਉੱਤੇ ਤੁਸੀਂ ਯੋਗ ਅਗਵਾਈ ਦਿਓ। ਤੇ ਫਿਰ ਸਪੀਕਰ ਜਿਹੜੇ ਆ ਉਹ ਗਵਰਨਰ ਨੂੰ ਡਾਇਰੈਕਸ਼ਨ ਵੀ ਕੋ ਦੇ ਸਕਦੇ ਆ ਜਾਂ ਪੁਆਇੰਟ ਆਊਟ ਕਰ ਸਕਦੇ ਆ, ਜੀ ਦੱਸੋ ਤੁਸੀਂ ਕਿਸ ਗੱਲ ਤੋਂ ਗੈਰ ਕਾਨੂੰਨੀ ਕਹਿੰਦੇ ਹੋ। ਮੈਨੂੰ ਲੱਗਦਾ ਇਹ ਚਿੱਠੀ ਪੱਤਰ ਜਾਂ ਹੁਣ ਤੱਕ ਹੋਣੀ ਚਾਹੀਦੀ, ਜਿਹੜੀ ਨਹੀਂ ਹੋਈ, ਕੀ ਕਹਿੰਦੇ ਹੋ? ਨਹੀਂ, ਮੇਰਾ ਖਿਆਲ ਹੈ ਸਪੀਕਰ ਗਵਰਨਰ ਨੂੰ ਤਾਂ ਨਹੀਂ ਐਵੇਂ ਲਿਖੇਗਾ ਜਾਂ ਇਹ ਕਹੇਗਾ ਗੈਰ ਕਾਨੂੰਨੀ ਜਾਂ ਜੋ ਵੀ ਤਰੀਕਾ। ਸਪੀਕਰ ਦੇ ਆਪਣੇ ਰਾਈਟਸ ਹੈਗੇ ਨੇ। ਜਦੋਂ ਅਦਾਲਤੀ ਮਾਮਲਾ ਆਉਂਦਾ ਉਦੋਂ ਸਪੀਕਰ ਜ਼ਰੂਰ ਅਸਰਟ ਕਰੇਗਾ ਕਿ ਵਿਧਾਨ ਪਾਲਿਕਾ ਦੇ ਇੱਕ ਹੱਕ ਨੇ, ਇੱਕ ਕਾਰਜਪਾਲਿਕਾ ਦਾ ਆਪਣਾ ਦਾਇਰਾ ਹੈ। ਚੀਫ ਮਿਨਿਸਟਰ ਤੇ ਗਵਰਨਰ ਕਾਰਜਪਾਲਿਕਾ ਦੇ ਦਾਇਰੇ ਦੇ ਵਿੱਚ ਨੇ ਦੋਨੋਂ। ਤੇ ਜਿਹੜੇ ਵਿਧਾਨ ਸਭਾ ਦੇ ਸਵਾਲ ਨੇ, ਜਿਹੜਾ ਮਾਮਲਾ ਆਰਡੀਨੈਂਸ ਦੇ ਰੂਪ ਦੇ ਵਿੱਚ ਉੱਥੇ ਜਾ ਰਿਹਾ ਹੈ ਕਿ ਸਾਡੇ ਦੇਸ਼ ਦਾ ਕਨਸਟੀਟਿਊਸ਼ਨ ਕਿਹਨੂੰ ਜ਼ਿਆਦਾ ਤਾਕਤ ਦਿੰਦਾ ਹੈ ਕਿਸੇ ਵੀ ਮਾਮਲੇ ਦੇ ਵਿੱਚ, ਉਹ ਇਹ ਤਾਕਤ ਹੈ ਕਿ ਜਿਹੜੀ ਤਾਕਤ ਤਾਂ ਬਿਊਰੋਕ੍ਰੇਸੀ ਹੈ ਉਹਨੂੰ ਇੱਕ ਤਾਕਤ ਹੈ, ਪਰ ਬਿਊਰੋਕ੍ਰੇਸੀ ਜਿਹੜੀ ਲੈਜਿਸਲੇਚਰ ਦੇ ਅੱਗੇ ਜਵਾਬਦੇਹ ਹੈ। ਲੈਜਿਸਲੇਚਰ ਅੱਗੇ ਜਾ ਕੇ ਲੋਕਾਂ ਦੇ ਸਾਹਮਣੇ ਜਵਾਬਦੇਹ ਹੈ, ਕਿਉਂਕਿ ਉੱਥੋਂ ਚੁਣ ਕੇ ਆਉਂਦੇ ਨੇ। ਜਿਹੜਾ ਸੰਵਿਧਾਨ ਦਾ ਫਾਈਨਲ ਅਥਾਰਟੀ ਦਾ ਕਨਸੈਪਟ ਹੈ, ਉਹ ਉਹਨੂੰ ਰਿਪਰੈਜ਼ੈਂਟ ਕਰਦਾ ਹੈ, ਉਹਨੂੰ ਪ੍ਰਤੀਨਿਧ ਕਰਦਾ ਹੈ ਹਮੇਸ਼ਾ ਹੀ ਕਿਸੇ ਵੀ ਰੂਪ ਦੇ ਵਿੱਚ ਜਾ ਕੇ। ਤੁਸੀਂ ਇਹ ਚੀਫ ਸਰਕਾਰ ਦੇ ਨਹੀਂ ਬਿੱਲ ਰੋਕੇ ਹੋਏ, ਤੁਸੀਂ ਵਿਧਾਨ ਸਭਾ ਵੱਲੋਂ ਪਾਸ ਕੀਤੀ ਇੱਕ ਅਥਾਰਟੀ ਦੇ ਬਿੱਲ ਰੋਕੇ ਹੋਏ ਨੇ। ਔਰ ਇਸ ਲਈ ਜੇ ਜਾਂ ਤੁਸੀਂ ਵਿਧਾਨ ਸਭਾ ਦੇ ਸਪੀਕਰ ਨੂੰ ਕਹੋ ਕਿ ਗੈਰ ਕਾਨੂੰਨੀ ਹੈ, ਸਿਸਟਮ ਗਲਤ ਹੈ ਜਾਂ ਕੁਝ ਵੀ ਕਰੋਗੇ, ਜੇ ਅਨਲਿਮਿਟਡ ਸਮੇਂ ਲਈ ਤੁਸੀਂ ਰੱਖਦੇ ਹੋ ਤਾਂ ਕੋਈ ਵੀ ਕੋਰਟ ਜਾਏਗਾ ਤੇ ਜਾ ਸਕਦੀ ਹੈ ਸਰਕਾਰ। ਕੋਰਟ ਅਨਲਿਮਿਟਡ ਹੈ ਤਾਂ ਗਵਰਨਰ ਸੁਪਰੀਮ ਥੋੜੀ ਆ 2 ਸਾਲ ਰੱਖੇ, 4 ਸਾਲ ਰੱਖੇ, 5 ਸਾਲ ਰੱਖੇ। ਇਹੋ ਜਿਹੀ ਕੋਈ ਅਥਾਰਟੀ ਨਹੀਂ ਕਿਸੇ ਗਵਰਨਰ ਦੀ, ਕੋਈ ਜਦ ਤੱਕ ਮਰਜ਼ੀ ਰੱਖੇ। ਨਹੀਂ, ਪਰ ਸਰ ਤੁਹਾਨੂੰ ਔਰ ਕਿੰਨੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ। ਨਹੀਂ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ, ਜੇ ਮੰਨ ਲਓ ਤੁਸੀਂ ਸੁਪਰੀਮ ਕੋਰਟ 'ਚ ਹਰ ਗੱਲ ਦੇ ਉੱਤੇ ਨਹੀਂ ਜਾਣਾ ਚਾਹੁੰਦੇ, ਤਾਂ ਫਿਰ ਜਿਹੜੇ ਤੁਹਾਡੇ ਰਾਈਟ ਨੇ ਉਹਨਾਂ ਨੂੰ ਐਕਸਰਸਾਈਜ਼ ਕਰਨਾ ਚਾਹੀਦਾ। ਮੰਨ ਲਓ ਗਵਰਨਰ ਨੇ, ਮੈਂ ਰਿਪੀਟ ਕਰ ਰਿਹਾ ਹਾਂ ਸਵਾਲ ਵੀ, ਗਵਰਨਰ ਨੇ ਮੁੱਖ ਮੰਤਰੀ ਨੂੰ ਲਿਖਤਾ ਕਿ ਇਹ ਗੈਰ ਕਾਨੂੰਨੀ। ਹੁਣ ਮੁੱਖ ਮੰਤਰੀ ਜਿਸ ਵਿਅਕਤੀ ਨੇ ਇਹ ਸੈਸ਼ਨ ਨੂੰ ਚੇਅਰ ਕੀਤਾ ਹੈ ਉਹਨੂੰ ਪੁੱਛੇ ਵੀ ਇਹ ਗੈਰ ਕਾਨੂੰਨੀ ਹੈ ਜਾਂ, ਕਿਉਂਕਿ ਇਸ ਤੋਂ ਪਹਿਲਾਂ ਚਿੱਠੀ ਪੱਤਰ ਗਵਰਨਰ ਦਾ ਆਲਰੇਡੀ ਸਪੀਕਰ ਨਾਲ ਹੋ ਚੁੱਕਿਆ। ਮੇਰਾ ਮਤਲਬ ਹੈ ਕਿ ਇਹ ਆਪਸੀ ਚਿੱਠੀ ਪੱਤਰ ਰਾਹੀਂ ਕਿਸੇ ਸਿੱਟੇ ਤੇ ਜੇ ਨਾ ਪਹੁੰਚੇ ਗੱਲ, ਤੇ ਫਿਰ ਸਿੱਧਾ ਸੁਪਰੀਮ ਕੋਰਟ 'ਚ ਚਲੇ ਜਾਣ। ਤੁਹਾਨੂੰ ਲੱਗਦਾ ਜੇ ਐਕਸਰਸਾਈਜ਼ ਕੀਤੀ ਨਹੀਂ ਗਈ, ਇਹਨੂੰ ਦੱਬਤਾ ਗਿਆ ਮਾਮਲੇ ਨੂੰ? ਉਹ ਮਾਮਲਾ ਵੀ ਦੱਬ ਦਿੱਤਾ ਗਿਆ। ਜੇ ਵਿਧਾਨ ਸਭਾ ਦਾ ਅਗਲਾ ਸੈਸ਼ਨ ਆਏਗਾ, ਕੋਈ ਵੀ ਐਮਐਲਏ ਪੁੱਛ ਸਕਦਾ ਸਰਕਾਰ ਤੋਂ ਜਵਾਬ ਕਿ ਉਹਨਾਂ ਬਿੱਲਾਂ ਦਾ ਕੀ ਬਣਿਆ। ਉਹਨਾਂ ਬਿੱਲਾਂ ਤੇ ਉਹ ਵਿਧਾਨ ਸਭਾ ਦੇ ਸਾਹਮਣੇ ਸਥਿਤੀ ਰੱਖ ਸਕਦੇ ਨੇ। ਮੁੜ ਕੇ ਸਪੀਕਰ ਦੀ ਮੌਜੂਦਗੀ 'ਚ ਵਿਧਾਨ ਸਭਾ ਕੀ ਡਿਸੀਜਨ ਲੈਂਦੀ ਹੈ, ਇਹ ਡਿਸੀਜਨ ਬਹੁਤ ਵੱਡਾ ਇੰਪੋਰਟੈਂਟ ਡਿਸੀਜਨ ਹੋਏਗਾ। ਇਹ ਟਕਰਾਅ ਹੋਏਗਾ ਐਗਜ਼ੈਕਟਿਵ ਤੇ ਲੈਜਿਸਲੇਚਰ ਦੇ ਵਿੱਚ, ਤੇ ਅੰਤ ਨੂੰ ਜਿਹੜਾ ਲੈਜਿਸਲੇਚਰ ਦਾ ਫੈਸਲਾ ਲੈਜਿਸਲੇਚਰ ਦੇ ਨਾਲ ਜਾਣਾ ਪਏਗਾ ਉਸ ਪੱਧਰ ਦੇ ਉੱਤੇ। ਗਵਰਨਰ ਸਾਹਿਬ ਐ ਨਹੀਂ ਹੈ ਕਿ ਉਦੋਂ ਅੱਗੇ ਜਦ ਮਰਜ਼ੀ ਤੱਕ ਉਹ ਕਰ ਸਕਦੇ ਨੇ। ਜੀ ਸਰਦਾਰ ਜਗਤਾਰ ਸਿੰਘ ਜੀ, ਇਹਦੇ ਤੇ ਤੁਹਾਡੀ ਕੋਈ ਰਾਏ ਕਿ ਇਸ ਤਰ੍ਹਾਂ ਦੀ ਚਿੱਠੀ ਪੱਤਰ ਜਿਹੜੀ ਹੋਣੀ ਚਾਹੀਦੀ ਸੀ, ਇਹ ਬਿਲਕੁਲ ਨਹੀਂ ਹੋਈ? ਗਵਰਨਰ ਨੂੰ ਜਿਹੜੇ ਬਿੱਲ ਭੇਜਣੇ ਹੁੰਦੇ ਉਹ ਸਰਕਾਰ ਭੇਜਦੀ ਹੈ, ਅਸੈਂਬਲੀ ਪਾਸ ਕਰਦੀ ਹੈ, ਉਸ ਤੋਂ ਬਾਅਦ ਸਰਕਾਰ ਰੈਫਰ ਕਰਦੀ ਹੈ। ਇਸ ਕਰਕੇ ਗਵਰਨਰ ਨੇ ਵਾਪਸ ਲਿਖਣਾ ਹੈ ਸਰਕਾਰ ਨੂੰ ਕਿ ਇਹ ਸੈਸ਼ਨ ਇਲੀਗਲ ਸੀ, ਇਸ ਕਰਕੇ ਬਿੱਲ ਰਿਜੈਕਟ ਹੁੰਦੇ ਆ। ਅਗਲੀ ਕਾਰਵਾਈ ਜਿਹੜਾ ਉਸ ਤੋਂ ਬਾਅਦ ਸਪੀਕਰ ਉਹਦੇ 'ਚ ਪਿਕਚਰ ਦੇ ਵਿੱਚ ਆਉਂਦਾ ਹੈ। ਹਾਂ, ਸੈਸ਼ਨ ਦਾ ਪ੍ਰੋਸੀਜਰ ਬੜਾ ਸਿੰਪਲ ਜਿਹਾ ਹੈ। ਪਹਿਲਾਂ ਕੌਂਸਲ ਆਫ ਮਿਨਿਸਟਰ ਫੈਸਲਾ ਕਰਦੀ ਹੈ ਕਿ ਸੈਸ਼ਨ ਬੁਲਾਉਣਾ ਹੈ। ਕੌਂਸਲ ਆਫ ਮਿਨਿਸਟਰ ਸਰਕਾਰ ਲਿਖਦੀ ਹੈ ਸਪੀਕਰ ਨੂੰ ਕਿ ਆਹ ਪ੍ਰੋਗਰਾਮ ਬਣਿਆ ਹੈ ਤੇ ਤੁਸੀਂ ਸੈਸ਼ਨ ਕਨਵੀਨ ਕਰੋ ਜੀ। ਉਸ ਤੋਂ ਬਾਅਦ ਸੈਸ਼ਨ ਕਨਵੀਨ ਹੁੰਦਾ ਹੈ। ਜੇ ਪਹਿਲਾ ਸੈਸ਼ਨ ਹੋਵੇ ਅਸੈਂਬਲੀ ਦਾ ਸਾਲ ਦੇ ਵਿੱਚ, ਤੇ ਉਹ ਨਾਰਮਲੀ ਹਮੇਸ਼ਾ ਹੀ ਗਵਰਨਰ ਨੂੰ ਲਿਖਿਆ ਜਾਂਦਾ, ਗਵਰਨਰ ਐਡਰੈਸ ਕਰਦਾ ਹੈ। ਤੇ ਉਹ ਸਰਕਾਰ ਦੀ ਪਾਲਿਸੀ ਜਿਹੜਾ ਗਵਰਨਰ ਐਡਰੈਸ ਹੁੰਦਾ ਹੈ ਬਜਟ ਸੈਸ਼ਨ ਦੇ ਵਿੱਚ, ਕੇਂਦਰ ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਉਹ ਐਡਰੈਸ ਕਰਦੇ ਹੈ। ਉਹ ਸਿਸਟਮ ਹੈ। ਤੇ ਉਸ ਤੋਂ ਬਾਅਦ ਸੈਸ਼ਨ ਨੂੰ ਸਾਰਾ ਸਾਲ ਗਵਰਨਰ ਐਡਰੈਸ ਨਹੀਂ ਕਰਦਾ ਕਦੇ ਵੀ। ਇਹ ਸਿਸਟਮ ਹੈ। ਹੁਣ ਕਿਉਂਕਿ ਬਿੱਲ ਤਾਂ ਸਰਕਾਰ ਨੇ ਭੇਜੇ ਆ, ਬਿੱਲ ਤਾਂ ਅਸੈਂਬਲੀ ਨੇ ਭੇਜੇ ਨਹੀਂ। ਸੋ ਮੈਂ ਪਹਿਲਾਂ ਗੱਲ ਕੀਤੀ ਕਿ ਸੁਪਰੀਮ ਕੋਰਟ ਦੀ ਆਬਜ਼ਰਵੇਸ਼ਨ ਹੈਗੀ ਕਿ ਗਵਰਨਰ ਅਨਲਿਮਿਟਡ ਸਮੇਂ ਵਾਸਤੇ ਬਿੱਲ ਆਪਣੇ ਕੋਲ ਨਹੀਂ ਰੱਖ ਸਕਦਾ, ਉੱਥੇ ਫੈਸਲਾ ਕਰਨਾ ਪੈਂਦਾ ਹੈ। ਹੁਣ ਜਿਹੜਾ ਪਿੱਛੇ ਇਹਨਾਂ ਦੇ ਮਾਮਲੇ ਤੇ ਹੀ ਇਸ਼ੂ ਆਇਆ ਸੀਗਾ ਸੁਪਰੀਮ ਕੋਰਟ ਦੇ ਵਿੱਚ, ਉਹਦੇ ਵਿੱਚ ਵੀ ਕੋਈ ਆਬਜ਼ਰਵੇਸ਼ਨ ਹੈਗੀ ਆ ਹੁਣ ਜੀ।
ਸੋ ਜਦ ਤੱਕ ਇਹ ਵਾਪਸ ਨਹੀਂ ਆਉਂਦੇ ਉਸ ਤੋਂ ਅਗਲਾ ਸਟੈਪ ਨਹੀਂ ਹੁੰਦਾ ਤੇ ਇਹਨਾਂ ਨੂੰ ਅਕੋਰਡਿੰਗਲੀ ਗਵਰਨਰ ਨੂੰ ਉਹ ਬਿੱਲ ਜਾਂ ਤਾਂ ਵਾਪਸ ਭੇਜਣੇ ਪੈਣੇ ਹੈ ਜਾਂ ਇਸ ਸਿਚੁਏਸ਼ਨ ਤੋਂ ਬਚਣ ਵਾਸਤੇ ਹੀ ਕੈਨ ਸੈਂਡ them ਟੂ the president of India। ਉੱਥੇ ਕਿੰਨੀ ਦੇਰ ਪਏ ਰਹਿੰਦੇ ਆ ਇਹਦੇ ਬਾਰੇ ਮੈਨੂੰ ਕੰਸਟੀਟਿਊਸ਼ਨਲੀ ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਅੱਗੇ ਪਾਣੀਆਂ ਦਾ ਇਸ਼ੂ ਸੁਪਰੀਮ ਕੋਰਟ ਦੇ ਵਿੱਚ ਅਲਟੀਮੇਟਲੀ ਗਿਆ ਸੀ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਤੇ। ਪੰਜਾਬ ਸਰਕਾਰ ਮੈਂ ਗੱਲ ਪੂਰੀ ਕਰਦੇ ਹਾਂ, ਕਰੋ ਤੁਸੀਂ। ਤੇ ਇਹ ਜਿਹੜੇ ਇਸ਼ੂਜ਼ ਹੈਗੇ ਹੈ ਜੇ ਪ੍ਰੈਜ਼ੀਡੈਂਟ ਕੋਲ ਜਾਂਦੇ ਆ ਬਿੱਲੇ, ਉਸ ਤੋਂ ਬਾਅਦ ਸਿਚੁਏਸ਼ਨ ਕੀ ਹੋਏਗੀ, ਗੱਲ ਉੱਥੇ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਕੀ ਸਿਸਟਮ ਹੈ ਉਹ ਤੁਹਾਡੇ ਕੰਸਟੀਟਿਊਸ਼ਨਲ ਐਕਸਪਰਟਸ ਦੱਸ ਸਕਦੇ ਆ। ਨਹੀਂ ਮੈਂ ਮਾਫੀ ਚਾਹੁੰਦਾ। ਦੇਖੋ ਇਸ ਗੱਲ 'ਚ ਇੱਕ ਲਕੂਨਾ ਹੈ, ਇਸ ਗੱਲ 'ਚ ਇਹ ਹੈ ਕਿ ਗਵਰਨਰ ਨੇ ਚਿੱਠੀ ਵਿਧਾਨ ਸਭਾ ਦੇ ਸੈਸ਼ਨ ਬੁਲਾਏ ਜਾਣ ਤੋਂ ਬਾਅਦ ਸਪੀਕਰ ਨੂੰ ਲਿਖੀ। ਹਾਂ, ਸਪੀਕਰ ਨੇ ਚਿੱਠੀ ਲਿਖੀ ਗਵਰਨਰ ਨੂੰ ਕਿ ਅਕੋਰਡਿੰਗ ਟੂ ਲਾਅ ਹੈ ਤੇ ਬੁਲਾਇਆ ਗਿਆ, ਠੀਕ ਹੈ। ਗਵਰਨਰ ਕੱਲਾ ਐਗਜ਼ੈਕਟਿਵ ਤੱਕ ਨਹੀਂ ਰਿਹਾ, ਗਵਰਨਰ ਸਪੀਕਰ ਤੱਕ ਗਿਆ ਉਸ ਚਿੱਠੀ ਨੂੰ ਲੈ ਕੇ, ਔਰ ਰਿਕਾਰਡ ਦਾ ਹਿੱਸਾ ਵਿਧਾਨ ਸਭਾ ਦੀ ਦਾ, ਤੇ ਜਿਹਦੇ 'ਚ ਸਪੀਕਰ ਉਹਦੇ 'ਚ ਇਨਵੋਲਵਮੈਂਟ ਡਾਇਰੈਕਟ ਹੁੰਦਾ ਹੈ ਇਸ ਮਾਮਲੇ ਦੇ ਵਿੱਚ ਆ ਕੇ। ਆਪਾਂ ਜਦੋਂ ਪਹਿਲੇ ਦਿਨ ਬਹਿਸ ਕੀਤੀ ਨਹੀਂ, ਇੱਕ ਮਿੰਟ, ਜਦੋਂ ਪਹਿਲੇ ਦਿਨ ਬਹਿਸ ਕੀਤੀ ਉਦੋਂ ਮੈਂ ਇਹੀ ਪੁਆਇੰਟ ਟੇਕ ਅਪ ਕੀਤਾ ਸੀਗਾ ਵੀ ਜੇ ਸੈਸ਼ਨ ਇਲੀਗਲ ਹੈ ਤੇ ਇਹ ਕੁਐਸਚਨ ਜਾ ਸਿੱਧਾ ਸਪੀਕਰ ਤੇ ਜਾਂਦਾ। ਮੈਂ ਪਹਿਲੇ ਦਿਨ ਇਹ ਗੱਲ ਟੇਕ ਅਪ ਕੀਤੀ ਸੀ, ਮੈਂ ਬਿੱਲ ਦੀ ਗੱਲ ਟੇਕ ਅਪ ਕਰ ਰਹੀ, ਦੋਵਾਂ ਦੇ ਫਰਕ। ਨਹੀਂ ਸਰ, ਤੁਸੀਂ ਠੀਕ ਮੈਂ ਹੋ। ਨਹੀਂ, ਇੱਕ ਮਿੰਟ, ਮੈਂ ਜੀ ਇਹ ਹੁੰਦਾ ਨਾ ਕਿ ਇਲੀਗਲ ਸੈਸ਼ਨ ਜਾਂ ਨਹੀਂ, ਬਿੱਲ ਤਾਂ ਇਸੇ ਆਧਾਰ ਤੇ ਉਹਨੇ ਪੈਂਡਿੰਗ ਰੱਖੇ ਹੋਏ ਨਹੀਂ, ਮੈਂ ਤੁਸੀਂ ਕਨਫਿਊਜ਼ ਕਰ ਰਹੇ ਹੋ ਜਿਹੜੀ ਗੱਲ ਮੈਂ ਕਹਿ ਰਿਹਾ। ਮੈਂ ਕਹਿੰਦਾ ਰਿਜੈਕਟ ਕਰਕੇ ਉਹ ਸਰਕਾਰ ਨੂੰ ਭੇਜੇਗਾ ਕਿ ਉਹ ਸਰਕਾਰ ਨੇ ਭੇਜੇ ਬਿੱਲ ਗਵਰਨਰ ਕੋਲ, ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ ਸਿਨੈਰੀਓ ਵੱਖਰਾ, ਉਸ ਤੋਂ ਬਾਅਦ ਸਿਨੈਰੀਓ ਵੱਖਰਾ। ਨਹੀਂ ਸਰ, ਬਿੱਲਾਂ ਤੱਕ ਜਾਣ ਤੋਂ ਪਹਿਲਾਂ ਸੈਸ਼ਨ ਦੇ ਗੈਰ ਕਾਨੂੰਨੀ ਹੋਣ ਦਾ ਮਾਮਲਾ ਹੈ ਕਿ ਸੈਸ਼ਨ ਦੀ ਜਿਹੜੀ ਮਰਿਆਦਾ ਹੈ ਤੇ ਸੈਸ਼ਨ ਦੀ ਸੰਵਿਧਾਨਕਤਾ ਉਹ ਮੁੱਖ ਮੰਤਰੀ ਨੇ ਦੇਖਣੀ ਆ ਕਿ ਸਪੀਕਰ ਨੇ ਦੇਖਣੀ। ਜੇ ਉਹਨੂੰ ਗੈਰ ਕਾਨੂੰਨੀ ਕਿਹਾ ਗਿਆ ਤਾਂ ਮੁੱਖ ਮੰਤਰੀ ਸਪੀਕਰ ਨੂੰ ਪੁੱਛ ਸਕਦੇ ਆ ਵੀ ਗਵਰਨਰ ਇਹ ਕਹਿ ਰਹੇ ਆ ਇਹ ਗੈਰ ਕਾਨੂੰਨੀ ਹੈ, ਇਹਦੇ ਉੱਤੇ ਸਥਿਤੀ ਸਪਸ਼ਟ ਕਰੋ। ਇਹ ਸਪੀਕਰ ਫਿਰ ਜਿਹੜੀ ਆ ਚਿੱਠੀ ਪੱਤਰ ਕਰ ਸਕਦੇ ਆ ਕਿ ਗਵਰਨਰ ਸਾਹਿਬ ਤੁਹਾਡੇ ਇਤਰਾਜ਼ ਕੀ ਨੇ, ਤੇ ਉਹਦਾ ਜਵਾਬ ਤਾਂ ਹੁਣ ਤੱਕ ਘੱਟੋ ਘੱਟ ਇੱਕ ਆਧਾਰ ਤਾਂ ਬਣ ਜਾਂਦਾ ਜੀ। ਮੈਂ ਪਹਿਲੇ ਦਿਨ ਇਹ ਗੱਲ ਕੀਤੀ ਸੀ ਕਿ ਸਪੀਕਰ ਦਾ ਮਸਲਾ ਹੈ, ਉਹਨੂੰ ਸਟੈਂਡ ਲੈਣਾ ਪਏਗਾ ਇੱਥੇ। ਮੈਂ ਠੀਕ ਪਹਿਲੇ ਦਿਨ ਇਹ ਗੱਲ ਕੀਤੀ ਸੀ ਜੀ। ਇਹ ਮਸਲਾ ਸਪੀਕਰ ਦਾ ਆਪਣੇ ਸੀਐਮ ਦਾ ਨਹੀਂ ਹੈ ਵੀ ਸੈਸ਼ਨ ਗੈਰ ਕਾਨੂੰਨੀ ਹੈ ਕਿ ਨਹੀਂ ਹੈ। ਜੋ ਸੈਸ਼ਨ ਚੈਲੰਜ ਕਰਦੇ ਹੈ ਉਹ ਵਿਧਾਨ ਸਭਾ ਦਾ ਸਪੀਕਰ ਦਾ ਫੈਸਲਾ ਚੈਲੰਜ ਕਰ ਰਹੇ ਹੈ ਤੇ ਉਹ ਗਵਰਨਰ ਵਰਸਸ ਸਪੀਕਰ ਹੋਏਗੀ ਫਿਰ। ਲੇਕਿਨ ਮੈਂ ਜਿੱਥੋਂ ਬਿੱਲ ਦੀ ਗੱਲ ਹੈ ਕਿ ਜਦ ਤੱਕ ਬਿੱਲ ਰਿਜੈਕਟ ਹੋ ਕੇ ਵਾਪਸ ਨਹੀਂ ਆਉਂਦੇ ਇਹ ਲਿਖ ਕੇ, ਜੇ ਉਹ ਕਹਿੰਦੇ ਵੀ ਸੈਸ਼ਨ ਗੈਰ ਕਾਨੂੰਨੀ ਹੈ ਤਾਂ ਹੀ ਵਾਪਸ ਭੇਜਣਗੇ ਨਾ, ਉਹ ਸਰਕਾਰ ਨੂੰ ਲਿਖਣਗੇ। ਫਿਰ ਸਰਦਾਰ ਹਰਮੀਤ ਸਿੰਘ ਜੀ, ਇਹਨਾਂ ਖਾਮੋਸ਼ੀਆਂ ਦਾ ਕੀ ਕਰੀਏ ਸਪੀਕਰ ਔਰ ਮੁੱਖ ਮੰਤਰੀ ਦੇ ਪੱਧਰ ਤੇ? ਇਹਦਾ ਮਤਲਬ ਹੈ ਕਿ ਕਾਨੂੰਨੀ ਨੁਕਤਾ ਨਿਗਾਹ ਤੋਂ ਜਾਂ ਜਿਹੜੀ ਆਮ ਤੌਰ ਤੇ ਸਰਕਾਰਾਂ ਦੇ ਨਾਲ ਇੱਕ ਟੀਮ ਹੁੰਦੀ ਆ ਸਿਆਣੇ ਲੋਕਾਂ ਦੀ, ਪੁਰਾਣੇ ਅਫਸਰਾਂ ਦੀ, ਕਾਫੀ ਲੋਕ ਐਸੇ ਹੁੰਦੇ ਆ ਜਿਹੜੇ ਸੰਵਿਧਾਨਕ ਜਾਣਕਾਰ ਹੁੰਦੇ ਆ। ਸਰਦਾਰ ਵੀਰ ਦਵਿੰਦਰ ਸਿੰਘ ਹੋਰੀ ਅਕਸਰ ਇਹਨਾਂ ਮਾਮਲਿਆਂ ਦੇ ਉੱਤੇ ਟਿੱਪਣੀਆਂ ਕਰਦੇ ਰਹਿੰਦੇ ਹੁੰਦੇ ਸੀ। ਇਹਦਾ ਮਤਲਬ ਹੈ ਕਿ ਉਸ ਤਰ੍ਹਾਂ ਦੀ ਕਿਸੇ ਐਡਵਾਈਜ਼ਰੀ ਬਾਡੀ ਦੀ ਅਣਹੋਂਦ ਕਰਕੇ ਇਹ ਮਾਮਲੇ ਫਸੇ ਹੋਏ ਆ। ਸਪੀਕਰ ਦਾ ਵੀ ਧਿਆਨ ਨਹੀਂ ਇੱਥੇ ਗਿਆ, ਨਹੀਂ ਤਾਂ ਮਹੀਨਿਆਂ ਦੇ ਮਹੀਨੇ ਬੀਤ ਗਏ, ਹੁਣ ਤਾਂ 1.5 ਮਹੀਨਾ ਹੋ ਚੱਲਿਆ ਜੀ। ਨਹੀਂ, ਮੈਨੂੰ ਲੱਗਦਾ ਇੱਥੇ ਬੈਠ ਕੇ ਮੰਥਨ ਨਹੀਂ ਕੀਤਾ ਸਪੀਕਰ, ਗਵਰਨਮੈਂਟ ਸਾਰਿਆਂ ਨੇ ਕਿਤੇ ਇਕੱਠੇ ਬੈਠ ਕੇ ਕੋਈ ਮੰਥਨ ਕੀਤਾ ਹੋਵੇ ਤਾਂ ਹੀ ਆ ਨਾ, ਅਜੇ ਤਾਂ ਬਿਆਨਬਾਜ਼ੀ ਹੈ। ਤੇ ਜੇ ਕੋਈ ਐਡੇ ਮੈਚੁਰ ਬਿਊਰੋਕਰੇਟਸ ਹੁੰਦੇ ਤਾਂ ਜਾਓ ਐਡਵਾਈਸ ਕਰਦੇ ਕਿ ਲੰਮਾ ਸਮਾਂ ਕਾਹਨੂੰ ਜਾਣਾ ਇਸ ਮਾਮਲੇ 'ਚ। ਇਹ ਤਾਂ ਚਲੋ ਬਿੱਲਾਂ ਦਾ ਮਾਮਲਾ ਹੈ, ਇਹ ਤੋਂ ਇਲਾਵਾ ਵੀ ਤਾਂ ਰੋਜ਼ ਦੀਆਂ ਜਿਹੜੀਆਂ ਕੰਟਰਾਡਿਕਸ਼ਨ ਨੇ, ਰੋਜ਼ ਕਾਗਜ਼ ਜਾਣਾ ਹੈ ਆਉਣਾ ਹੈ, ਕੋਈ ਬਦਲੀ ਦਾ, ਕੋਈ ਅਪਾਇੰਟਮੈਂਟ ਦਾ, ਕੋਈ ਕਾਸੇ ਦਾ, ਜੇ ਇਹ ਤੇ ਮਾਮਲੇ ਆਈ ਰਹਿੰਦੇ ਨੇ ਤਾਂ ਇਹ ਸਰਕਾਰ ਦੇ ਚੱਲਣ 'ਚ ਰੋੜਾ ਅਟਕਾਉਣ ਵਾਲੀਆਂ ਚੀਜ਼ਾਂ ਤਾਂ ਹੈਗੀਆਂ ਹੀ ਨੇ। ਜੇ ਸਰਕਾਰ ਲਗਾਤਾਰ ਠੇਡੇ ਖਾਂਦੀ ਹੈ, ਰੋੜੇ ਟੱਕੀ ਜਾਂਦੇ ਨੇ, ਤਾਂ ਉਹਦੇ ਫੈਸਲੇ ਇੰਪਲੀਮੈਂਟ ਕਿਵੇਂ ਹੋਣੇ ਨੇ, ਕਿਹਨੇ ਕਰਨੇ ਨੇ? ਤਾਂ ਇਹਦੇ ਵਿੱਚ ਜਾਂ ਤਾਂ ਚੀਫ ਮਿਨਿਸਟਰ ਦਾ ਕੱਦ ਜਾਂ ਚੀਫ ਮਿਨਿਸਟਰ ਦੇ ਆਪਣੇ ਸਲਾਹਕਾਰ ਐਡੇ ਵੱਡੇ ਹੋਣ, ਜਾਂ ਬਿਊਰੋਕਰੇਸੀ ਵੀ ਉਹਨਾਂ ਦੀ ਸਲਾਹਕਾਰ ਹੁੰਦੀ ਹੈ ਐਕਚੁਅਲੀ, ਤੇ ਉਹ ਐਡਵਾਈਸ ਕਰਨ ਕਿਸੇ ਲੈਵਲ ਤੇ, ਜਾਂ ਗਵਰਨਰ ਸਾਹਿਬ ਦੇ ਰਾਹੀਂ ਕੋਈ ਹੋਵੇ, ਕੋਈ ਨਾ ਕੋਈ ਤਰੀਕਾ ਤਾਂ ਐਮਰਜ ਹੁੰਦਾ ਹੀ ਹੈ ਨਾ। ਹਜੇ ਤੱਕ ਇਹ ਨਹੀਂ ਦੇਖਿਆ, ਪਰ ਚੀਫ ਮਿਨਿਸਟਰ ਦਾ ਅੱਜ ਦੀ ਜਿਹੜੇ ਬਿਆਨ ਹੈ, ਹਜੇ ਤੱਕ ਤਾਂ ਦੋਨੋਂ ਬਰਾਬਰ ਤੇ ਉਸ ਲੈਵਲ ਤੇ ਖੇਡਦੇ ਸੀ। ਅੱਜ ਦਾ ਬਿਆਨ ਹੈ, ਜੇ ਉਹ ਸਟ੍ਰੈਟਜੀਕਲ ਬਿਆਨ ਮੰਨ ਲਿਆ ਜਾਵੇ, ਉਹਨੂੰ ਟੈਂਪਰੇਰੀ ਕੂਟਨੀਤਿਕ ਨਾ ਮੰਨਿਆ ਜਾਵੇ, ਤਾਂ ਸ਼ਾਇਦ ਉਧਰ ਨੂੰ ਚੱਲ ਪਏ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੋ ਸਕਦਾ ਹੈ ਟਕਰਾਅ ਦਾ ਕੋਈ ਸੋਲੂਸ਼ਨ ਲੱਭ ਲਿਆ ਜਾਏ। ਮੈਂ ਇੱਕ ਗੱਲ ਹੋਰ ਐਡ ਕਰ ਦਿਆਂ, ਅਸੈਂਬਲੀ ਦਾ ਜਿਹੜਾ ਸੈਕਟਰੀ ਹੈ ਇਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਲਾਜ਼ ਨੂੰ ਇੰਟਰਪ੍ਰੈਟ ਕਰਕੇ ਤੇ ਠੀਕ ਫੈਸਲੇ ਕਰਵਾਉਣੇ ਸਪੀਕਰ ਤੋਂ। ਸਪੀਕਰ ਕਈ ਐਕਸਪਰਟ ਨਹੀਂ ਹੁੰਦੇ ਨਾਰਮਲੀ ਇਹਨਾਂ ਲੀਗਲ ਅਫੇਅਰ ਤੇ,
ਇਹ ਸੈਕਟਰੀਏਟ ਦਾ ਕੰਮ ਹੈ ਉਹਨਾਂ ਦੇ ਦਾ, ਅਸੈਂਬਲੀ ਦੇ ਦਾ। ਉਹ ਥੱਲਿਓਂ ਜੋ ਕੇਸ ਬਣਾਉਂਦੇ ਹੈ ਸਿਸਟਮ ਉਸ ਹਿਸਾਬ ਤੇ ਚੱਲਦਾ ਹੈ। ਕੇਂਦਰ ਦੇ ਵਿੱਚ ਇੱਕ ਕਿਤਾਬ ਜਿਹੜੀ ਬੇਸਿਕ ਮੰਨੀ ਜਾਂਦੀ ਹੈ ਪਾਰਲੀਮੈਂਟਰੀ ਪ੍ਰੈਕਟਿਸ ਤੇ, ਕਾਲਨ ਛੱਤਰ, ਔਰ ਰਾਜ ਸਭਾ ਦੇ ਲੋਕ ਸਭਾ ਦੇ ਸੈਕਟਰੀ ਜਨਰਲ ਸੀਗੇ ਜੀ। ਸੋ ਇਹ ਲੋਕ ਬਿਊਰੋਕਰੇਟ ਹੁੰਦੇ, ਐਕਸਪਰਟ। ਹੁਣ ਇਹ ਇਸ ਵੇਲੇ ਜਿਹੜੀ ਅਸੈਂਬਲੀ ਦੇ ਵਿੱਚ ਬਿਊਰੋਕ੍ਰੇਸੀ ਹੈ ਉਹ ਕਿੰਨੀ ਕੁ ਐਕਸਪਰਟ ਹੈ, ਗੱਲ ਉਹ ਤੇ ਡਿਪੈਂਡ ਕਰਦਾ। ਤੁਸੀਂ ਠੀਕ ਕਹਿ ਰਹੇ ਹੋ, ਅਸੈਂਬਲੀ ਏਡੀ ਵੱਡੀ ਆ, ਉਦੋਂ ਇੰਨੇ ਹੱਕ ਹਕੂਕ ਨੇ, ਇੰਨਾ ਉਹਦਾ ਤਾਮ-ਝਾਮ ਹੈ, ਆਪਣਾ ਬਜਟ ਹੈ, ਉਹਨਾਂ ਕੋਲ ਕੋਈ ਕਾਨੂੰਨੀ ਮਾਹਿਰ ਵੀ ਹੋਣਗੇ, ਉਹਨਾਂ ਦੀ ਲੀਗਲ ਟੀਮ ਵੀ ਹੋਊਗੀ ਜਿਹੜੀ। ਸੈਕਟਰੀ ਖੁਦ ਹੀ ਕਾਨੂੰਨੀ ਮਾਹਰ ਹੁੰਦਾ ਜੀ। ਨਵੇਂ ਸਪੀਕਰ ਸਾਹਿਬ ਨੂੰ ਹਰ ਚੀਜ਼ ਬਾਰੇ ਅਵਗਤ ਕਰਾਇਆ ਜਾਂਦਾ ਹੋਊਗਾ, ਸਾਰੀਆਂ ਚੀਜ਼ਾਂ। ਲੇਕਿਨ ਇੱਕ ਚੀਜ਼ ਬਹੁਤ ਅਹਿਮ ਆ ਇਹਦੇ ਵਿੱਚ ਕਿ ਹੁਣ ਤੱਕ ਜੇਕਰ ਕੋਈ ਚੈਨਲ ਪਰਦੇ ਪਿੱਛੇ ਚੱਲਣਾ ਸ਼ੁਰੂ ਹੋ ਗਿਆ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਦਾ ਅੱਜ ਲੈ ਜਾ ਉਸ ਨਜ਼ਰੀਏ ਤੋਂ ਹੋਵੇ। ਸਰਦਾਰ ਹਰਮੀਤ ਸਿੰਘ ਜੀ, ਆਪਾਂ ਅੱਗੇ ਚੱਲਦੇ ਹਾਂ। ਆਰਡੀਨੈਂਸ ਦੇ ਉੱਤੇ ਭਖਵੀਂ ਬਹਿਸ ਹੋ ਰਹੀ ਸੀ। ਜਿਹੜੇ ਸਭ ਤੋਂ ਅਹਿਮ ਨੁਕਤਾ ਨਜ਼ਰ ਤੁਹਾਨੂੰ ਲੱਗਿਆ ਦਿੱਲੀ ਦੀਆਂ ਸੇਵਾਵਾਂ ਦੇ ਨਜ਼ਰੀਏ ਤੋਂ, ਕੇਜਰੀਵਾਲ ਸਰਕਾਰ ਦੇ ਖੰਭ ਕੁਤਰਨ ਦੇ ਨਜ਼ਰੀਏ ਤੋਂ, LG ਨੂੰ ਵੱਧ ਪਾਵਰਾਂ ਦੇਣੀਆਂ ਤੇ ਵਾਇਆ ਮੀਡੀਆ ਇੱਕ ਤਰ੍ਹਾਂ ਨਾਲ ਕੇਂਦਰ ਨੂੰ, ਗ੍ਰਹਿ ਮੰਤਰਾਲੇ ਨੂੰ ਤਗੜਾ ਕਰਨ ਦਾ ਜਿਹੜਾ ਇਹ ਬਿੱਲ ਸੀ ਕਾਨੂੰਨ ਰੂਪ ਲੈ ਰਿਹਾ, ਇਹਦੇ ਚ ਸਭ ਤੋਂ ਅਹਿਮ ਚੀਜ਼ਾਂ ਕਿਹੜੀਆਂ ਤੁਹਾਨੂੰ ਰਾਜ ਸਭਾ ਚ ਵਾਪਰਦੀਆਂ ਦਸੀਆਂ? ਹਾਲਾਂਕਿ ਨੇ ਪਾਸ ਤਾਂ ਹੋ ਹੀ ਜਾਣਾ, ਉਹਨਾਂ ਕੋ ਠੀਕ ਠਾਕ ਗਣਿਤ ਹੈਗਾ ਜੀ ਵੋਟਾਂ ਦਾ। ਵੈਸੇ ਕਈ ਲੋਕ ਇਹਦੇ ਤੇ ਚੰਗਾ ਬੋਲੇ, ਰਾਘਵ ਚੱਡਾ ਵੀ ਬੋਲਿਆ ਹੋਰ, ਪਰ ਅਭਿਸ਼ੇਕ ਮਨੂ ਸਿੰਘ ਵੀ ਦਾ ਵਿਊ ਪੁਆਇੰਟ ਜ਼ਿਆਦਾ ਸੋਲਿਡ ਉਹ ਇਸ ਕਰਕੇ ਵੀ ਸੀ ਕਿਉਂਕਿ ਸੁਪਰੀਮ ਕੋਰਟ 'ਚ ਵੀ ਉਹਨੇ ਡਿਫੈਂਡ ਕੀਤਾ ਦਿੱਲੀ ਸਰਕਾਰ ਨੂੰ ਤੇ ਗਵਰਨਮੈਂਟ ਆਫ ਇੰਡੀਆ ਦੇ ਅਗੇਂਸਟ। ਤਾਂ ਉਹ ਲਾ ਪੁਆਇੰਟ ਤੇ ਵੀ ਤੇ ਪੋਲਿਟਿਕਸ ਵੀ, ਜਦੋਂ ਦੋਨੋਂ ਚੀਜ਼ ਜੁੜ ਜਾਂਦੀ ਹੈ ਤਾਂ ਉਹ ਲੌਜਿਕ ਥੋੜਾ ਜਿਹਾ ਜ਼ਿਆਦਾ ਮੇਰੇ ਖਿਆਲ ਹੈ ਪੁਖਤਾ ਉਸ ਪੱਧਰ ਦੇ ਉੱਤੇ ਹੋ ਜਾਂਦਾ। ਉਹਨਾਂ ਨੇ ਸਭ ਤੋਂ ਵੱਡੀ ਦਲੀਲ ਕਨਸਟੀਟਿਊਸ਼ਨਲ ਐਂਗਲ ਤੋਂ ਹੀ ਇਹੀ ਦਿੱਤੀ ਸੀ ਜਿਹੜੀ ਕਿ ਸਾਡੇ ਜਿਹੜਾ ਕਨਸਟੀਟਿਊਸ਼ਨ ਹੈ, ਇੱਕ ਤਾਂ 1935 ਦਾ ਐਕਟ ਸੀ, 1935 ਦੇ ਐਕਟ ਦੇ ਵਿੱਚ ਤਹਿਤ ਚੋਣਾਂ ਹੋ ਗਈਆਂ ਸੀ ਪਰ ਰਾਈਟ ਕੋਈ ਚੁਣੇ ਹੋਏ ਨੁਮਾਇੰਦਿਆਂ ਨੂੰ ਨਹੀਂ ਸੀ। ਕੀ ਗਵਰਨਮੈਂਟ ਸਾਨੂੰ ਹੁਣ 1947 ਤੋਂ ਪਹਿਲਾਂ 1935 ਦੇ ਐਕਟ ਦੇ ਮੁਤਾਬਕ ਲਿਜਾਣਾ ਚਾਹੁੰਦੀ ਹੈ ਯੂਨੀਅਨ ਗਵਰਨਮੈਂਟ ਵੀ ਤੁਹਾਡੀਆਂ ਚੋਣਾਂ ਤਾਂ ਹੋਇਆ ਕਰਨਗੀਆਂ ਪਰ ਤੁਹਾਨੂੰ ਕੰਟਰੋਲ ਬਿਊਰੋਕਰੇਟ ਕਰਿਆ ਕਰਨਗੇ, ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਕੋਈ ਰਾਈਟ ਨਹੀਂ ਹੋਏਗਾ। ਲੈਫਟੀਨੈਂਟ ਗਵਰਨਰ ਜਾਂ ਜਿਹੜੇ ਸਾਡੇ ਅਪਾਇੰਟੀ ਹੋਣਗੇ ਉਹੀ ਤਾਕਤਵਰ ਹੋਣਗੇ। ਇੱਕ ਤਾਂ ਉਹ ਉੱਥੋਂ ਸਟਾਰਟ ਉਹਨਾਂ ਨੇ ਕੀਤੀ ਗੱਲ ਕਿ ਅਸੀਂ ਇੱਕ ਅਲੱਗ ਕਨਸਟੀਟਿਊਸ਼ਨ ਬਣਾ ਲਿਆ ਸੀ। ਫਿਰ ਉਹਨਾਂ ਨੇ ਕਿਹਾ ਵੀ ਉਹ ਕਨਸਟੀਟਿਊਸ਼ਨ ਦੀ ਭਾਵਨਾ ਕੀ, ਉਹ ਕਹਿੰਦਾ ਕੀ ਹੈ? ਉਹ ਕਹਿੰਦਾ ਕਿ ਗਵਰਨਮੈਂਟ ਰਨ ਕਰਨ ਦੇ ਲਈ ਅਸੀਂ ਟੈਕਨੀਕਲੀ ਬਿਊਰੋਕਰੇਟਿਕ ਕੰਟਰੋਲ ਰੱਖਿਆ, ਬਿਊਰੋਕ੍ਰੇਸੀ ਆਈ। ਬਿਊਰੋਕ੍ਰੇਸੀ ਆਪਣੇ ਆਪ ਚ ਗਵਰਨਮੈਂਟ ਨਹੀਂ ਹੈ, ਬਿਊਰੋਕ੍ਰੇਸੀ ਇਲੈਕਟਡ ਨੁਮਾਇੰਦਿਆਂ ਦੇ ਮਦਦ ਲਈ ਬਣਾਈ ਜਾਂਦੀ ਹੈ ਤੇ ਉਸ ਲਈ ਸਹਾਇਤਾ ਲਈ ਇਹ ਚੀਜ਼ ਇਸ ਲੈਵਲ ਤੇ ਉੱਤੇ ਕੀਤੀ ਜਾਂਦੀ ਹੈ। ਉਦੋਂ ਬਾਅਦ ਜਿਹੜਾ ਗਵਰਨਰ ਜਾਂ ਲੈਫਟੀਨੈਂਟ ਗਵਰਨਰਾਂ ਦੇ ਅਹੁਦੇ ਨੇ ਉਹ ਨੋਸ਼ਨਲ ਅਹੁਦੇ ਬਣ ਕੇ ਰਹਿ ਗਏ, ਉਹ ਸਿੰਬੋਲਿਕ ਅਹੁਦੇ ਨੇ। ਉਹ ਉਹਨਾਂ ਚੁਣੀਆਂ ਹੋਈਆਂ ਸਰਕਾਰਾਂ ਦੀ ਜਿਹੜੀ ਕੈਬਨਿਟ ਹੁੰਦੀ ਹੈ ਜਾਂ ਚੀਫ ਮਿਨਿਸਟਰ ਜਾਂ ਉਹਦੀ ਐਡਵਾਈਸ ਨਾਲ ਕੰਮ ਕਰਨ ਦੀ ਇੱਕ ਗੱਲ ਕਹਿੰਦੇ ਨੇ, ਪਰ ਪ੍ਰੈਕਟੀਕਲੀ ਉਹਦੀ ਉਹ ਚੱਲਦੀ ਹੈ ਕੈਬਨਿਟ ਦੀ, ਉਹ ਕੇਵਲ ਸਿੰਬਲ ਨੇ। ਉਹਨਾਂ ਨੇ ਉਹਦੇ ਮੁਤਾਬਕ ਚੱਲਣਾ ਹੁੰਦਾ ਹੈ ਜਾਂ ਉਹਦੀ ਰਾਏ ਨਾਲ ਚੱਲਣਾ ਹੁੰਦਾ ਹੈ। ਜਿਹੜਾ ਆਰਡੀਨੈਂਸ ਹੈ ਇਹਨੇ ਕੀ ਕਰਤਾ, ਇਹਦੇ ਜਿਹੜੇ ਇਹ ਤਿੰਨ ਧਰੀ ਇੱਕ ਸੈਟਅਪ ਸੀ ਕਿ ਬਿਊਰੋਕਰੇਟ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਜਾਂ ਵਿਧਾਨ ਪਾਲਿਕਾ ਪ੍ਰਤੀ ਜਵਾਬਦੇਹ ਹੈ ਤੇ ਵਿਧਾਨ ਪਾਲਿਕਾ ਅੱਗੋਂ ਅਲਟੀਮੇਟਲੀ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਲੋਕਾਂ ਪ੍ਰਤੀ ਜਵਾਬਦੇਹ ਹੈ ਕਿਉਂਕਿ ਉਹਦੇ ਨੁਮਾਇੰਦੇ ਹੀ ਇਕੱਲੇ ਨੇ ਜਿਹੜੇ ਲੋਕਾਂ ਕੋਲ ਜਾਂਦੇ ਨੇ, ਦੂਜਾ ਹੋਰ ਕੋਈ ਸਿਸਟਮ ਨਹੀਂ ਹੈ। ਤੁਸੀਂ ਇਹਨੂੰ ਚੱਲ ਕੇ ਉਹ ਨੋਮੀਨੇਸ਼ਨਾਂ ਤੱਕ ਲਿਜਾ ਰਹੇ ਹੋ। ਤੁਸੀਂ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਓਵਰਆਲ ਸਟਰਕਚਰ ਹੈ ਸਾਡੇ ਬਣਿਆ ਹੋਇਆ, ਉਹਨੂੰ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਖੜਾ ਕਰ ਰਹੇ ਹੋ ਇਹ ਸਾਰੇ ਮਾਮਲੇ ਨੂੰ। ਇਸ ਕਰਕੇ ਇਹ ਯੋਗ ਕਿਸੇ ਵੀ ਰੂਪ ਚ ਨਹੀਂ, ਨਾ ਕਨਸਟੀਟਿਊਸ਼ਨ ਦੇ, ਨਾ ਡੈਮੋਕ੍ਰੇਸੀ ਦੇ, ਨਾ ਲੋਕਾਂ ਦੀ ਸਪਿਰਿਟ ਦੇ ਜਿਹੜਾ ਇਹ ਪੱਖ ਚ ਨਹੀਂ ਹੈ। ਤੀਜਾ ਉਹਨਾਂ ਨੇ ਇੱਕ ਗੱਲ ਇਹ ਕਹੀ, ਮੁਹਾਵਰਾ ਵੀ ਸੁਣਾਇਆ ਉਸ ਮਾਮਲੇ ਚ, ਬਾਕੀਆਂ ਨੂੰ ਵੀ ਕਿਹਾ। ਮਤਲਬ ਇੱਕ ਲੈਵਲ ਦਾ ਸਾਰੇ ਪਾਰਲੀਮੈਂਟੇਰੀਅਨ ਨੂੰ ਇੱਕ ਸੱਦਾ ਸੀ, ਜਿਹੜਾ ਜਰਮਨ ਪ੍ਰੀਸਟ ਦੀਆਂ ਇੱਕ ਲਾਈਨਾਂ ਬਹੁਤ ਜ਼ਿਆਦਾ ਕੋਟ ਕੀਤੀਆਂ ਜਾਂਦੀਆਂ ਨੇ ਬਾਰ-ਬਾਰ, ਉਹਨਾਂ ਨੇ ਵੀ ਉਹ ਸਾਰਾ ਕੋਟ ਕੀਤਾ। ਔਰ ਉਹ ਇਹ ਕਹਿ ਰਿਹਾ ਸੀ ਕਿ ਜਦੋਂ ਉਹ ਸਮਾਜਵਾਦੀਆਂ ਲਈ ਆਏ, ਮੈਂ ਨਹੀਂ ਬੋਲਿਆ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਿਹੜਾ ਸਮਾਜਵਾਦੀ ਸੀ। ਜਦੋਂ ਟ੍ਰੇਡ ਯੂਨੀਅਨ ਵਾਲੇ ਲੀਡਰਾਂ ਲਈ ਆਏ ਤੇ ਮੈਂ ਚੁੱਪ ਰਿਹਾ ਕਿਉਂਕਿ ਮੈਂ ਕਿਹੜਾ ਟ੍ਰੇਡ ਯੂਨੀਅਨ ਦਾ ਲੀਡਰ ਸੀ। ਜਦੋਂ ਯਹੂਦੀਆਂ ਲਈ ਆਏ ਮੈਂ ਚੁੱਪ ਰਿਹਾ ਕਿਉਂਕਿ ਮੈਂ ਤਾਂ ਯਹੂਦੀ ਹੈ ਨਹੀਂ ਸੀ। ਪਰ ਜਦੋਂ ਮੇਰੇ ਲਈ ਆਏ ਤਾਂ ਉਦੋਂ ਤੱਕ ਬੋਲਣ ਵਾਲੇ ਸਾਰੇ ਕੋਈ ਬਚਿਆ ਹੀ ਨਹੀਂ ਸੀਗਾ। ਕਿਤੇ ਦੇਸ਼ ਲਈ ਇਹ ਗੱਲ ਨਾ ਹੋ ਜੇ ਕਿ ਜਿਸ ਲੈਵਲ ਦਾ ਮਾਹੌਲ ਉਸ ਲੈਵਲ ਤੇ ਬਚ ਰਿਹਾ ਤੇ ਉਧਰ ਨੂੰ ਨਾ ਅਸੀਂ ਚਲੇ ਜਾਈਏ। ਇਹ ਜਿਹੜਾ ਦੋਨੋਂ ਟਾਈਪ ਦਾ ਇਮੋਸ਼ਨਲ ਵੀ ਗੱਲ, ਲੌਜੀਕਲ ਵੀ ਗੱਲ ਤੇ ਟੈਕਨੀਕਲ ਵੀ ਗੱਲ ਦੇ ਆਧਾਰ ਤੇ ਜਿਹੜਾ ਇੱਕ ਉਹਨਾਂ ਦਾ ਸਟਰਕਚਰ ਸੀ ਨਾ, ਸਟਰਕਚਰਡ ਭਾਸ਼ਣ ਜਿਹੜਾ ਉਸ ਲੈਵਲ ਦੇ ਉੱਤੇ ਸੀ, ਸੁਪਰੀਮ ਕੋਰਟ ਦੀਆਂ ਜੱਜਮੈਂਟ ਦੀਆਂ ਲਾਈਨਾਂ ਨੂੰ ਕੋਟ ਕਰਕੇ, ਇਹ ਕਾਫੀ ਮੈਨੂੰ ਲੱਗਿਆ ਕਿ ਇਫੈਕਟਿਵ ਭਾਸ਼ਣ ਉਸ ਪੱਧਰ ਦਾ ਇਸ ਡਿਬੇਟ ਦੇ ਵਿੱਚੋਂ ਨਜ਼ਰ ਆਇਆ ਜਿਹੜਾ।
ਇਹ ਅੱਜ ਕਾਫੀ ਦਿਨ ਅਹਿਮ ਹੈ, ਕਿਉਂਕਿ ਬਹੁਤ ਕਲੀਅਰ ਲਾਈਨ ਖਿੱਚੀ ਗਈ ਹੈ ਕਿ ਕਿਹੜੀਆਂ ਧਿਰਾਂ ਇਸ ਤਰ੍ਹਾਂ ਦੇ ਵਰਤਾਰਿਆਂ ਦੇ ਹੱਕ ਔਰ ਖਿਲਾਫ ਨੇ। ਲੇਕਿਨ ਸ਼ਾਇਦ ਸਿਧਾਂਤਕ ਅਪਰੋਚ ਨਾਲੋਂ ਖਿੱਤਿਆਂ ਦੀ ਆਪਣੀਆਂ ਲੋੜਾਂ ਨਾਲ ਜ਼ਿਆਦਾ ਤੁਰਦੀ ਗੱਲ ਜ਼ਿਆਦਾ ਹੈ, ਔਰ ਕਿੱਥੇ ਕਿੱਥੇ ਕਿਹਦੀ ਕਿਹਦੇ ਨਾਲ ਲੜਾਈ ਹੈ ਇਹ ਵੀ ਅਹਿਮ ਆ, ਕਿਉਂਕਿ ਬੀਜੂ ਜਨਤਾ ਦਲ ਤੋਂ ਲੈ ਕੇ YSR ਤੇ ਜਿਹੜੀਆਂ ਬਾਕੀ ਪਾਰਟੀਆਂ ਨੇ ਜਿਹੜੀਆਂ ਸਾਈਡ ਤੇ ਖੜੀਆਂ ਸੀ, ਉਹਨਾਂ ਦੀ ਭੂਮਿਕਾ ਵੀ ਅੱਜ ਨਿਰਧਾਰਿਤ ਹੋ ਰਹੀ ਹੈ। ਮੈਂ ਸਰਦਾਰ ਜਗਤਾਰ ਸਿੰਘ ਜੀ ਤੇ ਹਲਕੀ ਜਿਹੀ ਟਿੱਪਣੀ ਤੁਹਾਡੇ ਤੋਂ ਚਾਹੂੰਗਾ, ਪਰ ਮੈਂ ਨਾਲ ਇੱਕ ਮਾਮਲਾ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਜਿਹਨੂੰ ਅਸੀਂ ਟੱਚ ਤਾਂ ਕੀਤਾ ਸਵੇਰੇ, ਔਰ 2 ਦਿਨ ਤੋਂ ਲਗਾਤਾਰ ਉਹ ਸੁਰਖੀਆਂ 'ਚ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਵਿੱਚ ਇੱਕ ਗੈਰ ਸਿੱਖ ਨੂੰ ਪ੍ਰਬੰਧਕ ਲਾਤਾ ਗਿਆ, ਪਸਰੀਚਾ, ਜਿਹੜੇ ਕਿ ਆਪਣੀ ਟਰਮ ਪੂਰੀ ਕਰਨ ਤੋਂ ਬਾਅਦ ਪਾਸੇ ਹਟ ਗਏ ਉਹਦੇ ਤੋਂ। ਉਸ ਤੋਂ ਬਾਅਦ ਕਿਸੇ ਸਿੱਖ ਨੂੰ ਮਹਾਰਾਸ਼ਟਰ ਦੇ ਵਿੱਚ ਕੋਈ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਕੋਈ ਸਿੱਖ ਵੀ ਲਾਇਆ ਜਾ ਸਕਦਾ ਹੈ। ਖੂਬ ਵਿਰੋਧ ਹੋ ਰਿਹਾ। ਇੱਕ ਇਹ ਪਹਿਲੂ, ਦੋਨੇ ਇਕੱਠੇ ਐਡਰੈਸ ਕਰ ਦਿਓ, ਫਿਰ ਅਸੀਂ ਮਨੀਪੁਰ ਵਾਲਾ ਮਾਮਲਾ, ਉਹਦੇ ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ ਹੈ, ਸਰਦਾਰ ਹਰਮੀਤ ਸਿੰਘ ਹੋਰਾਂ ਤੋਂ ਜਾਣਕਾਰੀ ਲੈਣੇ। ਪਹਿਲੀ ਗੱਲ ਤਾਂ ਇਹ ਕਿ ਇਸ ਵੇਲੇ ਹਿੰਦੁਸਤਾਨ ਦੇ ਸਾਹਮਣੇ ਬਹੁਤ ਵੱਡੇ ਚੈਲੰਜ ਹੈਗੇ ਆ। ਜਿਹੜਾ ਗੱਲ ਲਗਾਤਾਰ ਚੱਲ ਰਹੀ ਹੈ ਵੀ ਆਈਡੀਆ ਆਫ ਇੰਡੀਆ ਇਟਸੈਲਫ ਅੰਡਰ ਥ੍ਰੈਟ ਹੈ, ਉਹਦਾ ਹੀ ਪਾਰਟ ਇਹ ਬਿੱਲ ਹੈ। ਇਲੈਕਟਿਡ ਬਾਡੀਜ਼ ਨੂੰ ਜ਼ੀਰੋ ਕਰਨਾ, ਜੇ ਬਿਊਰੋਕ੍ਰੇਸੀ ਸੁਪਰੀਮ ਹੈ ਤੇ ਇਲੈਕਟਿਡ ਬਾਡੀ ਤੁਸੀਂ ਉਹਨਾਂ ਦੇ ਸਰਵੀਟ ਕਰ ਰਹੇ ਹੋ, ਤੇ ਪਾਰਲੀਮੈਂਟਰੀ ਸਿਸਟਮ ਤੇ ਬਹੁਤ ਵੱਡਾ ਕੁਐਸਚਨ ਮਾਰਕ ਹੈ ਜੀ। ਇਹਦੇ ਨਤੀਜੇ ਅਲਟੀਮੇਟਲੀ ਬੀਜੇਪੀ ਨੂੰ ਵੀ ਭੁਗਤਣੇ ਪੈ ਸਕਦੇ ਹੈ। ਇਹ ਜ਼ਰੂਰੀ ਨਹੀਂ ਹੈ ਕਿ ਬੀਜੇਪੀ ਨੇ ਹਮੇਸ਼ਾ ਟ੍ਰੈਜਰੀ ਬੈਂਚ ਤੇ ਹੀ ਰਹਿਣਾ, ਤੇ ਜਦੋਂ ਆਪੋਜੀਸ਼ਨ 'ਚ ਪਾਰਟੀ ਆ ਗਈ ਤੇ ਉਦੋਂ ਉਹ ਖੁਦ ਉਹ ਸਿਚੁਏਸ਼ਨ ਭੁਗਤਣੀ ਪੈਣੀ। ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹ ਹਮੇਸ਼ਾ ਇਹ ਗੱਲ ਭੁੱਲ ਜਾਂਦੀ ਹੈ ਕਿ ਉਹਨੇ ਹਮੇਸ਼ਾ ਰੂਲਿੰਗ ਪਾਰਟੀ ਨਹੀਂ ਰਹਿਣਾ। ਇਹ ਮਿਸਟਰ ਗਾਂਧੀ ਦੀ ਵੀ ਸਮੱਸਿਆ ਸੀ, ਤੇ ਜਿਸ ਸਿਸਟਮ ਦੇ ਵਿੱਚ ਥੋੜੀ ਜਿਹੀ ਡਿਕਟੇਟੋਰੀਅਲ ਟੈਂਡੈਂਸੀ ਆ ਜਾਂਦੀ, ਉਹਨਾਂ ਸਾਰਿਆਂ ਦੇ ਵਿੱਚ ਹੀ ਹੁੰਦੀ ਹੈ। ਹੁਣ ਵੀ ਹੈ, ਤੇ ਮਿਸਟਰ ਗਾਂਧੀ ਵੇਲੇ ਵੀ ਸੀ, ਉਹਨਾਂ ਨੂੰ ਵੀ ਲੱਗਦਾ ਕਿ ਮੈਂ ਹੀ ਲਾਸਟ ਵਰਡ ਹਾਂ, ਹੁਣ ਵੀ ਇਹੀ ਗੱਲ ਹੋ ਰਹੀ ਹੈ। ਇਹ ਮੁਲਕ ਦੇ ਸਾਹਮਣੇ ਬਹੁਤ ਵੱਡਾ ਇਸ਼ੂ ਹੈ। ਇਹ ਸਿਰਫ ਇੱਕ ਬਿੱਲ ਦੀ ਗੱਲ ਨਹੀਂ ਹੈ, ਜਿਹੜੀਆਂ ਟੋਟਲ ਤੁਹਾਡੀ ਪਾਰਲੀਮੈਂਟਰੀ ਸਿਸਟਮ ਹੈ ਤੇ ਕੁਐਸਚਨ ਮਾਰਕ ਹੈ। ਸੋ ਇਹ ਮੁਲਕ ਸਾਹਮਣੇ ਬਹੁਤ ਵੱਡਾ ਚੈਲੰਜ ਹੈ, ਉਸ ਹਿਸਾਬ ਤੇ ਦੇਖਣਾ ਪਏਗਾ। ਤੁਸੀਂ ਗੱਲ ਕੀਤੀ ਹਜ਼ੂਰ ਸਾਹਿਬ ਦੀ। ਹਜ਼ੂਰ ਕਿਸੇ ਵੀ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਫੰਕਸ਼ਨਿੰਗ ਹੈ। ਹੁਣ ਹਰਿਆਣੇ 'ਚ ਬਣ ਗਈ, ਉਹਨਾਂ ਦੀ ਆਪਣੀ ਹੈ। ਦਿੱਲੀ ਦੀ ਆਪਣੀ ਕਮੇਟੀ ਹੈ। ਪਟਨਾ ਸਾਹਿਬ ਦੀ ਆਪਣੇ ਉਹਨਾਂ ਦਾ ਬੋਰਡ ਹੈ। ਕਸ਼ਮੀਰ ਦਾ ਆਪਣਾ ਬੋਰਡ ਹੈ। ਨੰਦੇੜ ਸਾਹਿਬ ਦਾ ਆਪਣਾ ਬੋਰਡ ਹੈ। ਇਹ ਅਲੱਗ-ਅਲੱਗ ਬਾਡੀਜ਼ ਹੈਗੀਆਂ। ਇਸੇ ਕਰਕੇ ਕਿਸੇ ਵੇਲੇ ਆਲਰੇਡੀ ਗੁਰਦੁਆਰਾ ਐਕਟ ਦੀ ਮੰਗ ਅਕਾਲੀ ਦਲ ਕਰਦਾ ਰਿਹਾ, ਮੁੜ ਕੇ ਉਹ ਛੱਡ ਗਿਆ। ਜੇ ਉਹ ਮੰਗ ਇੰਪਲੀਮੈਂਟ ਕਰਾਈ ਹੁੰਦੀ ਤਾਂ ਜਿਹੜੇ ਹੁਣ ਇਸ਼ੂ ਇਹ ਇਮਰਜ ਹੋ ਰਹੇ ਹੈ, ਇਹ ਨਹੀਂ ਸੀ ਹੁੰਦੇ। ਨਾ ਹਰਿਆਣੇ ਦੀ ਕਮੇਟੀ ਬਣਦੀ ਸੀ, ਤੇ ਨਾ ਅੱਜ ਜਿਹੜੀ ਇਸ਼ੂ ਸਾਹਮਣੇ ਆਇਆ ਹਜ਼ੂਰ ਸਾਹਿਬ ਦਾ। ਹਜ਼ੂਰ ਸਾਹਿਬ ਦੇ ਵਿੱਚ ਨਾਨ ਸਿੱਖ IAS ਅਫਸਰ ਨੂੰ ਉਹਨਾਂ ਨੇ ਪ੍ਰਬੰਧਕੀ ਬੋਰਡ ਦਾ ਚੇਅਰਮੈਨ ਲਾਤਾ, ਕਿਉਂਕਿ ਉਹਨਾਂ ਦੀ ਇਲੈਕਸ਼ਨ ਓਵਰਡਿਊ ਹੈ। ਪਿਛਲੇ ਸਾਲ 1 ਸਾਲ ਐਕਸਟੈਂਡ ਕਰਕੇ ਇੱਕ ਪਾਸਰੀਚਾ ਸੀ ਰਿਟਾਇਰਡ DGP, ਉਹਨਾਂ ਨੂੰ ਲਾਇਆ ਹੋਇਆ ਸੀਗਾ। ਹੁਣ ਵੀ ਐਕਸਟੈਂਸ਼ਨ ਦੇ ਦਿੰਦੇ ਤਾਂ ਮੇਰੇ ਖਿਆਲ ਚੰਗਾ ਰਹਿੰਦਾ, ਤੇ ਕੰਟਰੋਵਰਸੀ ਨਹੀਂ ਸੀ ਹੁੰਦੀ। ਇਹ ਇਸ਼ੂ ਇਨ ਪ੍ਰਿੰਸੀਪਲ ਗਲਤ ਹੈ। ਸਿੱਖਾਂ ਦੇ ਕੋਈ ਵੀ ਗੁਰਦੁਆਰਾ, ਮੈਂ ਕਹਿੰਦਾ ਜਿਹੜੀ ਮੈਨੇਜਮੈਂਟ ਹੈ ਉਹਦੇ ਵਿੱਚ ਸਰਕਾਰ ਇਸ ਢੰਗ ਨਾਲ ਜਿਹੜੀ ਇੰਟਰਫੀਅਰੈਂਸ ਹੈ, ਐਜ਼ ਏ ਮੈਟਰ ਆਫ ਪ੍ਰਿੰਸੀਪਲ ਇਹ ਗਲਤ ਹੈ। ਸਿੱਖਾਂ ਨੇ ਲੜ ਕੇ ਇੱਕ ਆਪਣੇ ਜਿਹੜੇ ਧਰਮ ਸਥਾਨ ਹੈ ਉਹਨਾਂ ਨੂੰ ਮੈਨੇਜ ਕਰਨ ਦੀ ਆਜ਼ਾਦੀ ਹਾਸਲ ਕੀਤੀ ਵੀ ਹੈ। SGPC ਉਹਦੇ ਵਿੱਚੋਂ ਹੀ ਸਿਸਟਮ ਇੱਕ ਬਣਿਆ ਸੀਗਾ। ਜਿਹੜਾ ਇੱਥੇ ਦਾ ਪ੍ਰਬੰਧਕੀ ਬੋਰਡ ਹੈ, ਇਹਦੇ ਵਿੱਚ ਪ੍ਰੋਵੀਜ਼ਨ ਸੀ ਕਿ SGPC ਦੇ 2 ਮੈਂਬਰ ਇਹਦੇ ਵੀ ਮੈਂਬਰ ਹੈਗੇ, ਨੋਮੀਨੇਟ ਹੁੰਦੇ ਆ। ਤੇ ਉਸ ਕੰਟੈਕਸ ਦੇ ਵਿੱਚ ਗੁਰਚਰਨ ਸਿੰਘ ਟੌੜਾ ਹਜ਼ੂਰ ਸਾਹਿਬ ਦੇ ਵੀ ਪ੍ਰਧਾਨ ਰਹੇ ਹੈ ਕਈ ਟਰਮਸ ਐਜ਼ ਨੋਮੀਨੇਟਡ ਮੈਂਬਰ ਫਰਮ SGPC। ਉਹ ਉੱਥੇ ਨੋਮੀਨੇਟ ਹੋ ਜਾਂਦੇ ਸੀ, ਤੇ ਉੱਥੇ ਉਹ ਨਾਰਮਲੀ ਪ੍ਰੈਜ਼ੀਡੈਂਟ ਇਲੈਕਟ ਹੋ ਜਾਂਦੇ ਸੀਗੇ। ਚਲੋ ਹੁਣ ਉਹ ਸਿਸਟਮ ਨਹੀਂ ਹੈ, ਤੇ ਮਹਾਰਾਸ਼ਟਰ ਗੌਰਮੈਂਟ ਨੂੰ ਆਪਣਾ ਹੀ ਫੈਸਲਾ ਪਹਿਲਾਂ ਤਾਂ ਵਾਪਸ ਲੈਣਾ ਚਾਹੀਦਾ, ਤੇ ਕਿਸੇ ਸਿੱਖ ਨੂੰ ਇਹ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਮੈਂ ਇਹਦੇ 'ਚ ਕਿਸੇ ਦਾ ਹੁਣ ਕਸੂਰ ਕੱਢਣ ਦੇ ਮੈਂ ਲੱਗਦਾ ਨਹੀਂ ਕਿ ਕਸੂਰ ਕੱਢਿਆ ਜਾ ਸਕਦਾ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੜੀ ਅੱਜ ਅਗਰੈਸਿਵ ਸਟੇਟਮੈਂਟ ਦਿੱਤੀ ਹੈ, ਦੇਣੀ ਵੀ ਚਾਹੀਦੀ ਹੈ, ਕੋਈ ਮਾੜੀ ਗੱਲ ਨਹੀਂ ਗੀ। ਅਖੀਰ ਤੇ ਉਹਨਾਂ ਨੇ ਇਹਨੂੰ ਉਸ ਪੈਰੇ 'ਚ ਲਿਖਿਆ ਹੈ
ਵੀ ਜਿਹੜਾ ਕੰਮ ਬਲੂ ਸਟਾਰ ਵੇਲੇ ਨਹੀਂ ਸੀ ਕਰ ਸਕੀ ਸਰਕਾਰ, ਉਹ ਹੁਣ ਕਰ ਲਿਆ ਇਹਨਾਂ ਨੇ ਕੰਟਰੋਲ ਕਰਨ ਦਾ। ਵਾਰ-ਵਾਰ ਅਕਾਲੀ ਦਲ ਜਾਂ SGPC ਬਲੂ ਸਟਾਰ ਦਾ ਮਾਮਲਾ ਲੈ ਕੇ ਆਉਂਦੇ ਆ। ਹੁਣ ਜਦੋਂ ਆਪਣਾ ਭਗਵੰਤ ਮਾਨ ਹੋਰਾਂ ਨੇ ਲਿਆਂਦੀ ਅਮੈਂਡਮੈਂਟ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਆਪਣੀ ਟਰਾਂਸਮਿਸ਼ਨ ਦੀ ਬ੍ਰਾਡਕਾਸਟ ਦਰਬਾਰ ਸਾਹਿਬ ਤੋਂ ਗੁਰਬਾਣੀ ਦੀ, ਉਦੋਂ ਵੀ SGPC ਦੇ ਪ੍ਰਧਾਨ ਨੇ ਕਿਹਾ ਵੀ ਇਹ ਬਲੂ ਸਟਾਰ ਵਰਗਾ ਅਟੈਕ ਹੈ। ਇਸ ਤੋਂ ਪਹਿਲਾਂ ਜਦੋਂ ਹਰਿਆਣਾ ਦੀ ਕਮੇਟੀ ਬਣੀ ਉਦੋਂ ਵੀ ਬਲੂ ਸਟਾਰ ਵਰਗਾ ਅਟੈਕ। ਤੁਸੀਂ ਬਲੂ ਸਟਾਰ ਨੂੰ ਕਿੱਥੇ ਰਿਡਿਊਸ ਕਰਕੇ ਲੈ ਕੇ ਆ ਰਹੇ ਹੋ? ਗੱਲ ਤਾਂ ਇਹ ਹੈ। ਨੰਬਰ 2, ਜਦੋਂ ਤੁਸੀਂ ਕੋਈ ਵੱਡੀ ਗੱਲ ਕਰਦੇ ਹੋ, ਤੁਹਾਡੇ ਪਿੱਛੇ ਫੋਰਸ ਤਾਂ ਹੈ ਨਹੀਂ। ਹਰਿਆਣਾ ਦੀ ਕਮੇਟੀ ਬਣੀ, ਤੁਸੀਂ ਕਾਲ ਦਿੱਤੀ, ਕਿਸੇ ਨੇ ਕੋਈ ਉਹਦਾ ਰਿਸਪੌਂਡ ਹੀ ਨਹੀਂ ਕੀਤਾ, ਕਿਸੇ ਸਿੱਖ ਨੇ। ਹੁਣ ਜਦੋਂ ਭਗਵੰਤ ਮਾਨ ਅਮੈਂਡਮੈਂਟ ਲੈ ਕੇ ਆਇਆ, ਫਿਰ ਤੁਸੀਂ ਕਾਲ ਦਿੱਤੀ, ਕੁਛ ਨਹੀਂ ਹੋਇਆ। ਉਸ ਤੋਂ ਬਾਅਦ ਸਿੱਖ ਰਿਐਕਟ ਹੀ ਨਹੀਂ ਕਰ ਰਹੇ। ਕੀ ਕਾਰਨ ਹੈ ਵੀ ਤੁਹਾਡੇ ਸਿੱਖ ਰਿਐਕਟ ਹੀ ਨਹੀਂ ਕਰ ਰਹੇ? ਜੋ ਕੁਛ ਹੋ ਰਿਹਾ ਹੈ ਸੱਚਖੰਡ ਸਾਹਿਬ, ਹਜ਼ੂਰ ਸਾਹਿਬ ਜਾਂ ਬਾਹਰ ਜਾਂ ਹਰਿਆਣੇ ਦੇ ਵਿੱਚ, ਉਹਦੇ ਵਾਸਤੇ ਜ਼ਿੰਮੇਦਾਰ ਕੌਣ ਹੈ? ਮੈਂ ਤਦੇ ਕਹਿਣਾ ਹੁੰਦਾ ਕਿ ਸਿੱਖਾਂ ਨੂੰ, ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਸਿੱਖਾਂ ਨੂੰ ਇੱਕ ਸਟਰੋਂਗ ਅਕਾਲੀ ਦਲ ਦੀ ਬਹੁਤ ਲੋੜ ਹੈ। ਜਦੋਂ ਅਕਾਲੀ ਦਲ ਨੇ ਆਪਣੇ ਆਪ ਨੂੰ ਸਿੱਖਾਂ ਤੋਂ ਵੱਖ ਕਰ ਲਿਆ 1996 ਦੇ ਵਿੱਚ, ਉਹਦਾ ਨਤੀਜੇ ਅੱਜ ਭੁਗਤ ਰਹੇ ਹੈ। ਤੇ ਅਕਾਲੀ ਦਲ ਨੂੰ ਪਹਿਲਾਂ ਰੀਥਿੰਕ ਕਰਨਾ ਚਾਹੀਦਾ ਵੀ ਅਸੀਂ ਕਿੱਥੇ ਗਲਤ ਹੋਏ ਹਾਂ, ਤਾਂ ਕਿ ਇਹ ਜਿਹੜੀ ਸਿਚੁਏਸ਼ਨ ਹੈ ਇਹਦੀ ਲਾਗ ਨੂੰ ਰੈਕਟੀਫਾਈ ਕੀਤਾ ਜਾ ਸਕੇ। ਬਿਲਕੁਲ, ਅੱਜ ਲੀਡਰਸ਼ਿਪ ਦੀ ਸਖਤ ਲੋੜ ਹੈ ਔਰ ਕਮਿਟਡ ਲੀਡਰਸ਼ਿਪ ਦੀ ਸਖਤ ਲੋੜ ਆ। ਸਰਦਾਰ ਹਮੀਰ ਸਿੰਘ ਇੱਕ ਚੁਟਕੀ ਲੈ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ ਕਿ ਇੱਕ ਕਿਸੇ ਨੂੰ ਨਹੀਂ ਸੀ ਲਾਉਣਾ, ਤਾਂ ਇੱਕ ਹੋਰ ਵੱਡੇ ਪੁਲਿਸ ਅਫਸਰ ਦਾ ਜ਼ਿਕਰ ਕਰ ਰਹੇ ਸੀ। ਸਰਦਾਰ ਹਮੀਰ ਸਿੰਘ ਦੀ ਗੱਲ ਤੁਸੀਂ ਤੋਰਨੀ ਹੈ ਤਾਂ ਨਾਲ ਇਹ ਵੀ ਤੋਰ ਲਓ, ਅੱਜ ਰਾਹੁਲ ਗਾਂਧੀ ਇੱਕ ਅਰਸੇ ਬਾਅਦ ਵਾਪਸ ਪਾਰਲੀਮੈਂਟ 'ਚ ਦਾਖਲ ਹੁੰਦੇ ਆ। ਔਰ ਦੂਜੀ ਗੱਲ, ਅੱਜ ਮਨੀਪੁਰ ਦੇ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਕਾਫੀ ਅਹਿਮ ਲੈ ਰਹੀ ਸੀਗੀ। ਸਾਰੀਆਂ ਚੀਜ਼ਾਂ ਨੂੰ ਜਰਾ ਸੰਖੇਪ ਦੇ ਵਿੱਚ ਅੱਗੇ ਵਧਾ ਦਿਓ। ਬਿਲਕੁਲ, ਜਿਹੜੀ ਰਾਏ ਮਸ਼ਵਰੇ ਨੇ, ਮੇਰੇ ਖਿਆਲ ਹੈ ਸਾਡੇ ਕੋਲ ਸਾਬਕਾ DGP ਸਰਬਦੀਪ ਵਿਰਕ DGP ਮਹਾਰਾਸ਼ਟਰ ਰਹੇ ਨੇ ਤੇ ਪੰਜਾਬ ਦੇ, ਔਰ ਸੁਣਿਆ ਜਾਂਦਾ ਰਿਹਾ ਕਿ ਉੱਥੇ ਮਰਾਠੀ ਵੀ ਬੋਲ ਰਹਿੰਦੇ ਨੇ। ਤਾਂ BJP ਦੇ ਵਿੱਚ ਅੱਜ ਕੱਲ੍ਹ ਉਹ ਹੈਗੇ ਨੇ ਤੇ BJP ਥੋੜਾ ਬਹੁਤ ਉਹਨਾਂ ਨਾਲ ਰਾਏ ਮਸ਼ਵਰਾ ਕਰਕੇ, ਜਿਵੇਂ ਲਾਲਪੁਰੇ ਉਹਨਾਂ ਨੂੰ ਉੱਧਰ ਲਾਤਾ, ਤਾਂ ਕਿਤੇ ਨਾ ਕਿਤੇ ਵੱਡੀ ਪੋਸਟ ਦੇਖੀ ਜਾ ਸਕਦੀ ਹੈ। ਜੇਕਰ ਇਹ ਹੋਣਾ ਹੋਵੇ ਤਾਂ ਰਾਏ ਲੈਣੀ ਚਾਹੀਦੀ ਹੈ ਮਾਮਲੇ, ਸਿੱਖ ਮਾਮਲੇ। ਤੁਹਾਡਾ ਇਰਾਦਾ ਉਹਨਾਂ ਨੂੰ ਅੰਮ੍ਰਿਤ ਛਕਾ ਦੇਣ ਦਾ ਲੱਗਦਾ? ਨਹੀਂ, ਉਹ ਆਪਣੇ ਲਾਲਪੁਰ ਹੋਰਾਂ ਨੇ ਸਿੱਖੀ ਸਰੂਪ ਹੈਗਾ, ਅੰਮ੍ਰਿਤ ਛਕਿਆ ਹੋਇਆ, ਉਹਨਾਂ ਨੇ ਲਾ ਦਿਓ, ਲਵਾ ਦਿਓ, ਰਿਕਮੈਂਡ ਕਰ ਦਿਓ। ਉਹਨਾਂ ਕੋਲ ਤਾਂ ਪੋਸਟ ਹੈਗੀ ਨਾ। ਉਹ ਕੋਈ ਗੱਲ ਨਹੀਂ। BJP ਨੇ ਜੇ ਰਾਏ ਵੀ ਲੈਣੀ ਸੀ ਤਾਂ ਇਹਨਾਂ ਤੋਂ ਲਈ ਜਾ ਸਕਦੀ ਸੀ। ਇਹਨਾਂ ਨੂੰ ਪੰਜਾਬ ਦੀ ਵੀ ਨਾ ਪਤਾ ਤੇ ਉੱਥੇ ਦੀ ਵੀ ਪਤਾ, ਥੋੜਾ ਜਿਹਾ ਤਾਂ ਘੱਟੋ ਘੱਟ ਹੋ ਹੀ ਸਕਦਾ ਨਾ ਕੋਈ ਰਾਏ ਮਸ਼ਵਰਾ ਚੱਜ ਦਾ, ਜਿਹੜਾ ਉਸ ਲੈਵਲ ਦੀ ਗੱਲ ਕਰਦੇ ਨੇ। ਨਹੀਂ, ਰੰਧਾਵਾ ਜੀ, ਅੰਮ੍ਰਿਤ ਛਕਾਉਣ ਦੀ ਲੋੜ ਹੀ ਨਹੀਂ। ਜੇ ਤੁਸੀਂ ਨਾਨਸਿਕ ਲਾ ਸਕਦੇ, ਫਿਰ ਗੈਰ ਅਮਰਤਾਰੀ ਵੀ ਤਾਂ ਲੱਗ ਸਕਦਾ ਹੈ। ਮਤਲਬ ਜੇ ਟੈਂਪਰੇਰੀ ਅਰੇਂਜਮੈਂਟ ਸੀ ਤੇ ਵਿਰਕ ਸਾਹਿਬ ਨੂੰ ਤਾਂ ਲਾਇਆ ਹੀ ਜਾ ਸਕਦਾ ਸੀ ਨਾਲ। ਲਾਇਆ ਜਾ ਸਕਦਾ, ਹਾਂ। ਸਰਦਾਰ ਹਮੀਰ ਸਿੰਘ ਹੋਰ ਆਪਣਾ ਸੋਚ ਸਮਝ ਕੇ ਪ੍ਰਪੋਜ਼ਲ ਅੱਗੇ ਵਧਾਈ ਆ। ਮੈਨੂੰ ਲੱਗਦਾ ਵੀ ਇਹਨੂੰ ਭੇਜਦੇ ਆ ਸਰਦਾਰ ਤਰਲੋਚਨ ਸਿੰਘ ਹੋਰਾਂ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ, ਉਹਨਾਂ ਦੋਵਾਂ ਨੇ ਚਿੱਠੀਆਂ ਲਿਖੀਆਂ ਵੀ ਆ ਵੀ ਚਿੱਠੀ ਇੱਕ ਲਿਖ ਦਿਓ ਜੀ। ਤੇ ਜਿਹੜਾ ਦੂਸਰਾ ਮਾਮਲਾ ਮਨੀਪੁਰ ਦਾ, ਬੜਾ ਸੀਰੀਅਸ, ਇੰਨੇ ਲੰਮੇ ਸਮੇਂ ਤੋਂ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ, ਜਿੱਥੇ ਸੁਪਰੀਮ ਕੋਰਟ ਬਹੁਤ ਖਫਾ ਹੈ ਸ਼ੁਰੂ ਤੋਂ ਲੈ ਕੇ ਗਵਰਨਮੈਂਟ ਆਫ ਇੰਡੀਆ ਨਾਲ ਵੀ, ਔਰ ਸਟੇਟ ਗਵਰਨਮੈਂਟ ਬਾਰੇ ਤਾਂ ਉਹ ਕਹਿ ਚੁੱਕੀ ਹੈ ਕਿ ਟੋਟਲ ਫੇਲਿਅਰ ਆਫ ਲਾ ਐਂਡ ਆਰਡਰ ਐਂਡ ਟੋਟਲ ਸਿਚੁਏਸ਼ਨ ਹੈ, ਗਵਰਨਮੈਂਟ ਦਾ ਕੋਈ ਕੰਟਰੋਲ ਹੀ ਨਹੀਂ। ਜੇ ਸੁਪਰੀਮ ਕੋਰਟ ਦੀ ਗੱਲ ਗਵਰਨਮੈਂਟ ਆਫ ਇੰਡੀਆ ਸੱਚੀਓ ਮੰਨਦੀ ਕਿ ਅਸੀਂ ਕੋਰਟ ਦਾ ਸਵੀਕਾਰ ਕਰਦੇ ਹਾਂ, ਚੀਫ ਜਸਟਿਸ ਦੀ ਅਗਵਾਈ ਵਾਲਾ ਬੈਂਚ ਜਦੋਂ ਇਹ ਕਹਿੰਦਾ ਹੋਵੇ, ਤਾਂ ਇਖਲਾਕੀ ਤੌਰ ਤੇ ਜਿਹੜੀ ਮਨੀਪੁਰ ਦੀ ਸਰਕਾਰ ਹੈ ਉਹਦਾ ਰਹਿਣ ਦਾ ਕੋਈ ਹੱਕ ਨਹੀਂ ਬਚਿਆ। ਮਤਲਬ ਗਵਰਨਮੈਂਟ ਉਸ ਲੈਵਲ ਤੇ ਚਲੀ ਜਾਂਦੀ। ਪਰ ਅੱਜ ਦੀ ਸੁਣਵਾਈ ਦੇ ਵਿੱਚ DGP ਰਾਜੀਵ ਸਿੰਘ ਜਿਹੜੇ ਉੱਥੋਂ ਦੇ ਸੀਗੇ, ਉਹਨੂੰ ਵੀ ਬੁਲਾਇਆ ਹੋਇਆ ਸੀ, ਪਰਸਨਲੀ ਸਵਾਲ ਜਵਾਬ ਹੋਏ ਕਿ ਤੁਸੀਂ ਕੀ ਕੀਤਾ ਕੀ ਨਹੀਂ। ਔਰ ਇਸੇ ਤਰੀਕੇ ਦੇ ਨਾਲ ਪਰ ਗਵਰਨਮੈਂਟ ਵਾਲੇ ਪਾਸਿਓਂ, ਗਵਰਨਮੈਂਟ ਆਫ ਇੰਡੀਆ ਵਾਲੇ ਪਾਸਿਓਂ ਵੀ ਔਰ ਸੂਬਾ ਸਰਕਾਰ ਪਾਸੋਂ ਵੀ ਜਿਹੜੇ ਵਕੀਲ ਵੱਡੇ ਸੀਗੇ, ਉਹਨਾਂ ਨੇ ਪ੍ਰਪੋਜ਼ਲਾਂ ਰੱਖੀਆਂ। ਪ੍ਰਪੋਜ਼ਲ ਰੱਖੀ ਕਿ ਇੱਕ ਤਾਂ CBI ਜਾਂਚ ਕਰੇ ਰਹੀ ਹੈ, ਬਾਕੀ ਦੀ ਜ਼ਿਲ੍ਹਾ ਵਾਈਜ਼ ਜਾਂਚ SIT ਕਰ ਲੂਗੀ, ਅਸੀਂ SP ਰੈਂਕ ਦੇ ਅਧਿਕਾਰੀ ਲਾ ਦਿੰਦੇ ਆ। ਸੁਪਰੀਮ ਕੋਰਟ ਨੇ ਨਹੀਂ ਮੰਨੀ। ਇਹਦਾ ਮਤਲਬ ਸੁਪਰੀਮ ਕੋਰਟ ਨੂੰ ਨਹੀਂ ਜੱਚ ਰਿਹਾ ਕਿ ਇਹ ਗੱਲ ਤੁਹਾਡੀ ਵਾਜਬ ਹੈ ਕੋਈ। ਸੁਪਰੀਮ ਕੋਰਟ ਨੇ 3 ਹਾਈ ਕੋਰਟਾਂ ਦੇ ਸਾਬਕਾ ਜੱਜਾਂ ਦੀ ਇੱਕ ਕਮੇਟੀ ਬਣਾਈ ਹੈ ਉਸ ਪੱਧਰ ਦੇ ਉੱਤੇ, ਔਰ ਉਸ ਕਮੇਟੀ ਦੇ ਵਿੱਚ ਜੰਮੂ ਕਸ਼ਮੀਰ ਦੇ ਜਿਹੜੀ ਸਾਬਕਾ ਚੀਫ ਜਸਟਿਸ ਗੀਤਾ ਮਿੱਤਲ, ਉਹਨਾਂ ਨੂੰ ਮੁਖੀ ਬਣਾਇਆ ਗਿਆ ਤੇ 2 ਹੋਰ ਜੱਜ ਨੂੰ ਲਾ ਕੇ ਕਿ ਉਹ ਜਿਹੜੀ ਉਹਦੀ ਸਮਾਜਿਕ ਸਾਈਡ ਹੈ, ਮਾਨਵੀ ਸਾਈਡ ਹੈ, ਜਿਹੜੀ ਕਿ ਉੱਥੇ ਕੀ ਹੋਇਆ, ਕਿਵੇਂ ਹੋਇਆ, ਕਿੰਨੀ ਜਾਤੀ ਹੋਈ, ਕਿਸ ਤਰੀਕੇ ਦੀ, ਇਹਦੀ ਜਾਂਚ ਕਰਕੇ ਰਿਪੋਰਟ ਦੇਣਗੇ ਸਾਰੀ ਸੁਪਰੀਮ ਕੋਰਟ ਨੂੰ ਜੋ ਵੀ। ਦੂਜੇ ਪਾਸੇ ਜਿਹੜਾ ਕ੍ਰਿਮੀਨਲ ਸਾਈਡ ਹੈ,
ਜਿੱਥੇ ਪੁਲਿਸ ਦਾ ਜਾਂ ਬਾਕੀ ਦਾ ਮਾਮਲਾ ਹੈ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਤੋਂ ਸੀਬੀਆਈ ਦੇ ਵਿੱਚ ਜਿਹੜੇ ਹੁਣ ਕੰਮ ਕਰਦੇ ਐਸਪੀ ਤੇ ਡੀਐਸਪੀ ਰੈਂਕ ਦੇ 5 ਅਧਿਕਾਰੀ ਨੇ, ਉਹ ਸੁਪਰਵਾਈਜ਼ ਕਰਨਗੇ ਉਸ ਜਾਂਚ ਨੂੰ, ਜਿਹੜੀ ਜਾਂਚ ਪੁਲਿਸ ਦੇ ਪੱਧਰ ਦੇ ਉੱਤੇ ਸੀਬੀਆਈ ਜਾਂ ਬਾਕੀ ਦੇ ਲੋਕ ਕਰਨਗੇ ਉਸ ਸਾਰੇ ਮਾਮਲੇ ਦੇ ਵਿੱਚ। ਇਟ ਮੀਨਸ ਸੁਪਰੀਮ ਕੋਰਟ ਨੂੰ ਯਕੀਨ ਅਜੇ ਤੱਕ ਦੀ ਜਾਂਚ ਜਾਂ ਬਾਕੀ ਤੇ ਨਹੀਂ ਹੈ। ਇੱਕ ਤਾਂ ਸਰਕਾਰ ਤੇ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ, ਚਾਹੇ ਉਹ ਗਵਰਨਮੈਂਟ ਆਫ ਇੰਡੀਆ ਚਾਹੇ ਉਹ ਸਟੇਟ ਗਵਰਨਮੈਂਟ ਹੈ। ਜਦੋਂ ਸੁਪਰੀਮ ਕੋਰਟ ਤੁਹਾਡਾ ਭਰੋਸਾ ਉੱਠਦਾ ਹੈ ਸੁਪਰੀਮ ਕੋਰਟ ਦਾ ਤੁਹਾਡੇ ਤੋਂ, ਤਾਂ ਜੇ ਰੀਅਲੀ ਡੈਮੋਕ੍ਰੈਟਿਕ ਐਟੀਟਿਊਡ ਹੋਵੇ, ਮਨੁੱਖੀ ਅਧਿਕਾਰਾਂ ਦੀ ਕਦਰ ਹੋਵੇ, ਤੁਹਾਨੂੰ ਲੱਗਦਾ ਹੋਵੇ ਕਿ ਅਸੀਂ ਵੱਡੀਆਂ ਸੰਸਥਾਵਾਂ ਦੀ ਕਦਰ ਕਰਦੇ ਹਾਂ, ਤਾਂ ਮੇਰਾ ਖਿਆਲ ਹੈ ਕਿ ਅਲੱਗ ਟਾਈਪ ਦਾ ਫੈਸਲਾ ਹੋਣਾ ਸੀ, ਹੋਰ ਟਾਈਪ ਦਾ। ਪਰ ਫਿਰ ਵੀ ਸੁਪਰੀਮ ਕੋਰਟ ਨੇ ਥੋੜੀ ਜਿਹੀ ਉਮੀਦ ਦਿੱਤੀ ਹੈ ਲੋਕਾਂ ਨੂੰ। ਹੁਣ ਇਹ ਤਿੰਨੋਂ ਵੱਡੇ ਜਿਹੜੇ ਜੱਜ ਸਾਹਿਬਾਨ ਨੇ, ਹਾਈ ਕੋਰਟ ਤੋਂ ਰਿਟਾਇਰ ਹੋਏ ਨੇ ਸਾਰੇ, ਸੁਪਰੀਮ ਕੋਰਟ ਨੇ ਕਿਸੇ ਤਰੀਕੇ ਨਾਲ ਹੀ ਇਹਨਾਂ ਨੂੰ ਚੁਣਿਆ ਹੋਣਾ ਕਿ ਕਿਸ ਲੈਵਲ ਦੇ ਨੇ, ਤੇ ਉਹ ਐਸਪੀ ਤੇ ਡੀਐਸਪੀ ਵੀ ਜਿਹੜੇ ਹੋਣਗੇ, ਜਦੋਂ ਉਹ ਵੀ ਡਾਇਰੈਕਟ ਸੁਪਰੀਮ ਕੋਰਟ ਦੀ ਦੇਖ ਰੇਖ ਚ ਹੋਣਗੇ, ਸ਼ਾਇਦ ਉਹਨਾਂ ਦਾ ਰੁਤਬਾ ਵੀ ਵੱਧ ਜਾਂਦਾ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਉਸ ਢੰਗ ਨਾਲ ਜਾਂਚ ਦੇ। ਤਾਂ ਇਹਦੇ ਤੋਂ ਇੱਕ ਸ਼ਾਇਦ ਹੀਲਿੰਗ ਟੱਚ ਦਾ ਥੋੜਾ ਬਹੁਤ ਮਨੀਪੁਰ ਦੇ ਲੋਕਾਂ ਨੂੰ ਨਜ਼ਰ ਆਵੇ ਕਿ ਕੋਈ ਇਨਸਾਫ ਸ਼ਾਇਦ ਅੱਗੇ ਵਾਪਸ ਤਾਂ ਨਹੀਂ ਆਉਂਦੀਆਂ ਚੀਜ਼ਾਂ ਉਹ, ਪਰ ਅੱਗੇ ਲਈ ਕਿਵੇਂ ਹੋ ਸਕਦਾ ਉਹ ਸਾਰਾ ਇੱਕ ਵਿਉਂਤ ਹੈਗੀ ਹੈ। ਤੇ ਬਾਕੀ ਗੱਲ ਹੈਗੀ ਹੈ ਰਾਹੁਲ ਗਾਂਧੀ ਦੀ। ਰਾਹੁਲ ਕਾਂਗਰਸੀਆਂ ਨੇ ਦੱਬ ਕੇ, ਕਾਂਗਰਸੀਆਂ ਨੇ ਨਹੀਂ ਇਕੱਲੇ, ਇੰਡੀਆ ਬਲਾਕ ਜਿਹੜਾ ਬਣਿਆ 26 ਧਿਰਾਂ ਦਾ, ਉਹਨਾਂ ਨੇ ਲੱਡੂ ਵੰਡੇ ਜੱਜ ਕੇ ਪਾਰਲੀਮੈਂਟ ਦੇ ਵਿੱਚ, ਤੇ ਉਹਨਾਂ ਨੂੰ ਲੱਗਿਆ ਜਿਵੇਂ ਲੀਡਰ ਆ ਗਿਆ ਹੁੰਦਾ ਸਾਡਾ, ਜਾਂ ਬਾਕੀ ਦੀਆਂ ਚੀਜ਼ਾਂ ਨੇ। ਤੇ ਇਹ ਗੱਲ ਵੀ ਕਲੀਅਰ ਹੋ ਗਈ ਹੈ ਕਿ ਕੱਲ ਤੋਂ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ, ਬੇਭਰੋਸਗੀ ਦਾ ਮਤਾ ਹੈ, ਉਹਦੇ ਬੋਲਣਾ ਹੈ ਤਾਂ ਉਹਦੇ ਚ ਨੰਬਰ 1 ਪ੍ਰੋਮੀਨੈਂਟ ਲੀਡਰ ਦੇ ਤੌਰ ਤੇ ਰਾਹੁਲ ਗਾਂਧੀ ਬੋਲਣਗੇ ਉਹ ਸਾਰੇ ਮਾਮਲੇ ਦੇ ਉੱਤੇ ਜਾ ਕੇ। ਤਾਂ ਇੱਕ ਲੈਵਲ ਦੀ ਮੋਰਲ ਡਿਫੀਟ ਜਿਹੜੀ ਹੈ ਉਹ ਬੀਜੇਪੀ ਦੇ ਕੈਂਪ ਚ ਦਿਖਾਈ ਦੇ ਰਹੀ ਹੈ ਇਸ ਸਾਰੇ ਮਾਮਲੇ ਦੇ ਵਿੱਚ। ਜੀ ਸਰਦਾਰ ਜਗਤਾਰ ਸਿੰਘ ਜੀ, ਇੱਕ ਛੋਟੀ ਜਿਹੀ ਟਿੱਪਣੀ। ਵੈਸੇ ਜਦੋਂ ਅੱਜ ਮੁੱਖ ਮੰਤਰੀ ਇਹ ਕਹਿ ਰਹੇ ਸੀ ਕਿ ਦੇਸ਼ ਨਾਲੋਂ ਪਾਰਟੀਆਂ ਜ਼ਿਆਦਾ ਅਹਿਮ ਨਹੀਂ, ਦੇਸ਼ ਨੰਬਰ 1 ਤੇ ਆ, ਉਸੇ ਵੇਲੇ ਹੀ ਕਾਂਗਰਸ ਦੇ ਐਮਪੀ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਲਈ ਬੈਟਿੰਗ ਕਰ ਰਹੇ ਸੀਗੇ, ਤੇ ਇਧਰਲੇ ਬੰਨੇ ਰਾਹੁਲ ਗਾਂਧੀ ਦੇ ਉੱਥੇ ਹਾਜ਼ਰ ਹੋਣ ਤੋਂ ਬਾਅਦ ਸਾਰੀਆਂ ਧਿਰਾਂ ਜਿਹੜੀਆਂ ਉਹ ਤਾੜੀ ਮਾਰ ਰਹੀਆਂ ਸੀਗੀਆਂ ਇੰਡੀਆ ਗੱਠਜੋੜ ਦੇ ਵਿੱਚ। ਇਹਦਾ ਮਤਲਬ ਹੈ ਕਿ ਕੁਝ ਅਰਥ ਹੋਰ ਤਰ੍ਹਾਂ ਦੇ ਹੋ ਰਹੇ ਨੇ। ਮੈਂ ਪਹਿਲਾਂ ਮਨੀਪੁਰ ਵਾਈਡ ਅਪ ਕਰਦੇ ਹਾਂ। ਸੁਪਰੀਮ ਕੋਰਟ ਦਾ ਫੈਸਲਾ ਬਿਲਕੁਲ ਵੈਲਕਮ ਹੈ, ਲੇਕਿਨ ਇਹ ਇਸ਼ੂਜ਼ ਜਿਹੜੇ ਸੁਪਰੀਮ ਕੋਰਟ ਟੇਕ ਅਪ ਕਰਦੇ ਹਮੇਸ਼ਾ ਹੀ ਇਹੋ ਜਿਹੇ ਮਸਲਿਆਂ ਤੇ, ਉਹ ਬੇਸਿਕਲੀ ਐਡਮਿਨਿਸਟ੍ਰੇਟਿਵ ਤੇ ਲਾਅ ਐਂਡ ਆਰਡਰ ਨਾਲ ਕੰਸਰਨ ਹੁੰਦੇ, ਐਡਮਿਨਿਸਟ੍ਰੇਸ਼ਨ ਨਾਲ, ਸਰਕਾਰ ਦੇ ਨਾਲ। ਹੁਣ ਉੱਥੇ ਬੇਸਿਕ ਇਸ਼ੂ ਹੈ ਕੀ ਵੀ ਇਹਦੀ ਜੜ ਕਿੱਥੇ ਹੈ? ਜੜ ਤਾਂ ਤੁਹਾਡੀ ਜਿਹੜੀ ਡਿਵਿਸਿਵ ਪੋਲਿਟਿਕਸ ਹੈ ਇਸ ਵੇਲੇ ਸਾਰੇ ਮੁਲਕ ਦੇ ਵਿੱਚ ਚੱਲ ਰਹੀ, ਉਹਦੇ ਵਿੱਚ ਹੈ। ਉਹਨੂੰ ਕਾਊਂਟਰ ਕਿਵੇਂ ਕਰਨਾ ਹੈ ਸਿਆਸੀ ਲੈਵਲ ਤੇ, ਉੱਥੇ ਆ ਕੇ ਰੋਲ ਆ ਜਾਂਦਾ ਹੈ ਰਾਹੁਲ ਗਾਂਧੀ ਤੇ ਬਾਕੀ ਸਿਆਸੀ ਪਾਰਟੀਆਂ ਦਾ। ਤੇ ਉਸ ਕੰਟੈਕਸਟ ਦੇ ਵਿੱਚ ਰਾਹੁਲ ਦੀ ਵਾਪਸੀ, ਕਿਉਂਕਿ ਉਹ ਬਹੁਤ ਅਗਰੈਸਿਵਲੀ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਆਪਣਾ ਉਹ ਨਫ਼ਰਤ ਦੀ ਦੁਕਾਨ ਦੇ ਖਿਲਾਫ ਪ੍ਰਚਾਰ ਕਰ ਰਹੇ ਹੈ, ਉਹ ਇੱਥੇ ਲੋੜ ਹੈ। ਉਸ ਕੰਪੇਨ ਨੂੰ ਕਿੰਨੇ ਅਗਰੈਸਿਵਲੀ ਇਹ ਪਾਰਟੀਆਂ ਅੱਗੇ ਲੈ ਕੇ ਜਾ ਸਕਦੀਆਂ ਮੁਲਕ ਨੂੰ ਜੋੜਨ ਦੀ, ਉਸ ਕੰਟੈਕਸਟ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੈ। ਤੇ ਇਹਦੇ ਨਾਲ ਪੂਰੀ ਅਪੋਜੀਸ਼ਨ ਨੂੰ ਇੱਕ ਮਾਰਲ ਇੱਕ ਹੋਰ ਸਪੋਰਟ ਮਿਲਦੀ ਹੈ। ਲੇਕਿਨ ਇਹਦੇ ਨਾਲ ਇਹ ਵੀ ਹੈ ਕਿ ਰਾਹੁਲ ਗਾਂਧੀ ਨੂੰ ਐਜ਼ ਏ ਲੀਡਰ, ਇੰਡੀਆ ਦਾ ਮੇਨ ਲੀਡਰ, ਹਜੇ ਪ੍ਰੋਜੈਕਟ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦੇ ਰੈਪਰਕਸ਼ਨ ਕਈ ਵਾਰੀ ਨੈਗੇਟਿਵ ਵੀ ਹੋ ਸਕਦੇ ਹੈ। ਰਾਹੁਲ ਗਾਂਧੀ ਨੂੰ ਇੱਕ ਜਿਹੜਾ ਆਪਣਾ ਇੰਡੀਪੈਂਡੈਂਟ ਰੋਲ ਹੈ, ਜਿਹੜਾ ਉਹਨੇ ਕਿਹਾ ਸੀ ਕਿ ਮੈਂ ਆਈਡੀਆ ਆਫ ਇੰਡੀਆ ਦੇ ਬਾਰੇ ਲੜੂੰਗਾ, ਉੱਥੇ ਹੀ ਕਨਫਰਮ ਕਰਨਾ ਚਾਹੀਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ।